ਵੀ ਜਿਸ ਘਰ ਧੀਆਂ ਉਸ ਘਰ ਧੀਆਂ। ਉਹ ਜਿਹੜੀ ਵਿਛੜੀ ਸਹੇਲੀ ਹੈ ਉਹ ਧੀਆਂ 'ਚ ਹੀ ਮਿਲਦੀ ਹੈ, ਕਿਉਂਕਿ ਜੋ ਅਸੀਂ ਆਪਣੇ ਦਿਲ ਦੀਆਂ ਭਾਵਨਾਵਾਂ ਆਪਣੀ ਸਹੇਲੀ ਦੇ ਨਾਲ ਸਾਂਝੀਆਂ ਕੀਤੀਆਂ ਹੁੰਦੀਆਂ ਨੇ ਤੇ ਉਹ ਅਸੀਂ ਹੋਰ ਰਿਸ਼ਤੇ ਦੇ ਨਾਲ ਨਹੀਂ ਕਰ ਸਕਦੇ। ਤੇ ਉਹ ਪੀਂਘ ਜਦੋਂ ਚੜਾਉਂਦੀ ਹੈ ਤੇ ਨਾਲ ਦੀ ਨਾਲ ਆਪਣੇ ਮਾਹੀ ਨੂੰ ਵੀ ਯਾਦ ਕਰਦੀ ਹੈ ਤੇ ਫਿਰ ਉਹ ਕਹਿੰਦੀ ਆ ਹੂਟਾ ਦੇ ਜਾਵੇ ਗੁਲਾਬੀ ਪੱਗ ਵਾਲਿਆ, ਪੀਂਘ ਪਾਈ ਤੇਰੇ ਆਸਰੇ। ਕੀ ਬਾਤ ਹੈ। ਮੈਨੂੰ ਤੀਆਂ ਵਿੱਚ ਪੈਣ ਭੁਲੇਖੇ, ਤੇਰੀ ਵੇ ਸੰਧੂਰੀ ਪੱਗ ਦੇ। ਤਾਂ ਸੱਸ ਵੀ ਤਾਂ ਟਿਕਣ ਨਹੀਂ ਨਾ ਦਿੰਦੀ ਕਿ ਬਹੁਤਿਆਂ ਭਰਾਵਾਂ ਵਾਲੀਏ ਤੈਨੂੰ ਤੀਆਂ ਤੇ ਲੈ। ਹਾਂ, ਉਹ ਕਹਿੰਦੀ ਬਹੁਤਿਆਂ ਭਰਾਵਾਂ ਵਾਲੀਏ ਤੈਨੂੰ ਤੀਆਂ ਨੂੰ ਲੈਣ ਆਏ, ਸੱਸੀਏ ਵੜੇਵੇਂ ਹੱਥੀਏ ਤੇ ਤੂੰ ਡਰਦੇ ਲੈਣ ਨਾ ਆਏ ਜੀ। ਜੇ ਮੈਂ ਜਾਣਦੀ ਸੱਸਾਂ ਦੀ ਮੰਡੀ ਲੱਗਣੀ, ਸੱਸ ਨੂੰ ਵੜੇਵੇਂ ਚਾੜਦੀ। ਉਹ ਕਿਵੇਂ? ਉਹ ਸਾਹਮਣੇ ਨਹੀਂ ਬੋਲ ਸਕਦੀ, ਪਿੱਛੋਂ ਹੀ ਹੈ। ਉਹਨਾਂ ਦੇ ਅੰਦਰ ਦਬੀਆਂ ਹੋਈਆਂ ਜਿਹੜੀਆਂ ਭਾਵਨਾਵਾਂ ਨੇ ਉਹ ਔਰਤ ਦੀਆਂ ਬਾਹਰ ਨਿਕਲਦੀਆਂ ਨੇ। ਇਹ ਨਿਕਲਣੀਆਂ ਜ਼ਰੂਰੀ ਹੈ। ਮੰਨਦੇ ਆਪਾਂ ਸਮਾਂ ਬਦਲ ਗਿਆ, ਪਰ ਸਾਡੀਆਂ ਫੀਲਿੰਗ ਤਾਂ ਨਹੀਂ ਨਾ ਚੇਂਜ ਹੋਈਆਂ। ਇੰਨਾ ਕੋ ਆਪਣਾ ਅਮੀਰ ਵਿਰਸਾ ਹੈ, ਇਹਨੂੰ ਆਪਾਂ ਨੂੰ ਸਾਂਭਣ ਦੀ ਜ਼ਰੂਰਤ ਹੈ। ਆਪਾਂ ਇਹਨੂੰ ਸਾਂਭੀਏ। ਇਹ ਆਪਾਂ ਸਾਰੀਆਂ ਔਰਤਾਂ ਨੇ ਰਲ ਕੇ ਸਾਂਭਣਾ, ਇਹ ਮਰਦਾਂ ਨੇ ਨਹੀਂ ਸਾਂਭਣਾ। ਮਰਦਾਂ ਦਾ ਕੰਮ ਤਾਂ ਮਰਦਾਨਗੀ ਹੈ, ਕਮਾਈ ਕਰਕੇ ਲਿਆਉਣਾ। ਇਹ ਮੈਂ ਜ਼ਰੂਰ ਬੇਨਤੀ ਕਰਾਂਗੀ ਵੀ ਤੀਆਂ ਦਾ ਤਿਉਹਾਰ ਕੇਵਲ ਤੋਂ ਕੇਵਲ ਔਰਤਾਂ ਦਾ ਤਿਉਹਾਰ ਹੈ ਤੇ ਨਿਰੋਲ ਔਰਤਾਂ ਦਾ ਤਿਉਹਾਰ ਹੈ। ਇਹਨੂੰ ਔਰਤਾਂ ਦਾ ਤਿਉਹਾਰ ਰੱਖਿਆ ਜਾਵੇ। ਤੀਆਂ ਦਾ ਗਿੱਧਾ ਇਹ ਪਿੜ ਦਾ ਗਿੱਧਾ, ਖੁੱਲ੍ਹਾ ਗਿੱਧਾ, ਇਸ ਨੂੰ ਖੁੱਲ੍ਹਾ ਹੀ ਰਹਿਣ ਦਿੱਤਾ ਜਾਵੇ। ਇਸ ਦਾ ਕਦੇ ਵੀ ਸਟੇਜੀਕਰਨ ਨਹੀਂ ਹੋ ਸਕਦਾ ਤੇ ਨਾ ਹੀ ਆਪਾਂ ਨੇ ਹੋਣ ਦੇਣਾ। ਸਾਵਣ ਸੀਸ ਗੁੰਦਾ ਕੇ ਸਈਆਂ ਹਾਰ ਸ਼ਿੰਗਾਰ ਲਗਾਏ ਨੇ, ਮਿੱਠੇ ਮਿੱਠੇ ਗੀਤ ਮਾਹੀ ਦੇ ਸਭਨਾ ਰਲ ਕੇ ਗਾਏ ਨੇ। ਸੋ ਬਾਬੂ ਫਿਰੋਜ਼ਦੀਨ ਸਰਫ ਹੁਣਾਂ ਦੀਆਂ ਇਹ ਸਤਰਾਂ ਸਾਨੂੰ ਦੱਸਦੀਆਂ ਨੇ ਕਿ ਸੌਣ ਮਹੀਨਾ ਪੰਜਾਬੀ ਔਰਤ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਖਾਸੀਅਤ ਰੱਖਦਾ ਹੈ। ਕਦੇ ਉਹ ਹਾਰ ਸ਼ਿੰਗਾਰ ਲਗਾਉਂਦੀ ਹੈ ਤੇ ਕਦੀ ਮਾਹੀ ਨੂੰ ਮਨਾਉਣ ਦੇ ਲਈ ਤੇ ਕਦੀ ਮਾਹੀ ਦੇ ਵਿਰਾਗ ਦੇ ਵਿੱਚ ਗੀਤ ਬੋਲੀਆਂ ਗਾਉਂਦੀ ਹੈ। ਸੋ ਸੌਣ ਮਹੀਨੇ ਦਾ ਸਾਡੇ ਗੀਤਾਂ, ਸਾਡੀ ਕਵਿਤਾ, ਇੱਥੋਂ ਤੱਕ ਕਿ ਗੁਰਬਾਣੀ ਦੇ ਵਿੱਚ ਵੀ ਵੱਖਰੇ ਵੱਖਰੇ ਸੰਦਰਭਾਂ ਦੇ ਵਿੱਚ ਹਵਾਲਾ ਮਿਲਦਾ ਹੈ। ਸੋ ਸੌਣ ਦਾ ਮਹੀਨਾ, ਇਹਦੇ ਦਿਨ ਚੱਲ ਰਹੇ ਨੇ। ਔਰਤਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਜਿਹੜਾ ਹੈ ਸੌਣ ਦਾ ਮਹੀਨਾ ਲੈ ਕੇ ਆਉਂਦਾ ਹੈ। ਸੋ ਅੱਜ ਸੌਣ ਮਹੀਨੇ ਤੇ ਗੱਲਬਾਤ ਕਰਾਂਗੇ, ਕਿਉਂਕਿ ਸੌਣ ਦੇ ਮਹੀਨੇ ਦੇ ਵਿੱਚ ਗਿੱਧੇ ਬਹੁਤ ਪੈਂਦੇ ਨੇ। ਸੋ ਅੱਜ ਮੇਰੇ ਨਾਲ ਮੌਜੂਦ ਰਹਿਣ ਵਾਲੀ ਹੈ ਗਿੱਧਿਆਂ ਦੀ ਰਾਣੀ, ਸਾਡੇ ਅੱਜ ਦੇ ਮਹਿਮਾਨ ਹੋਣਗੇ ਡਾਕਟਰ ਜਸਬੀਰ ਕੌਰ ਬੈਂਸ ਜੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਅਰਪਣ, ਥੈਂਕ ਯੂ। ਦੇਖੋ, ਤੀਆਂ ਦੇ ਲਈ ਅੱਜ ਆਪਾਂ ਸੌਣ ਮਹੀਨੇ ਦੀ ਮਹੱਤਤਾ ਦੱਸਣ ਦੇ ਲਈ ਆਪਾਂ ਇਕੱਠੇ ਹੋਏ ਹਾਂ। ਸਭ ਤੋਂ ਪਹਿਲਾਂ ਤਾਂ ਅੱਖਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਸਬੀਰ ਬੈਂਸ ਵੱਲੋਂ ਸਤਿ ਸ਼੍ਰੀ ਅਕਾਲ। ਖਾਸ ਤੌਰ 'ਤੇ ਮੇਰੀਆਂ ਭੈਣਾਂ ਨੂੰ, ਬੱਚੀਆਂ ਨੂੰ, ਮਾਤਾਵਾਂ ਨੂੰ ਮੈਂ ਦਿਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ ਕਿ ਕਿੰਨੇ ਖਿੜੇ ਹੋਏ ਚਿਹਰੇ ਨੇ। ਸਾਵਣ ਦਾ ਮਹੀਨਾ ਹੈ ਤੇ ਪ੍ਰਕਿਰਤੀ ਨੇ ਆਪਣੇ ਰੰਗ ਲਾਏ ਹੋਏ ਨੇ ਜੀ। ਸੋ ਕਿਆ ਹੀ ਬਾਤ ਹੈ ਮੈਮ। ਸੋ ਡਾਕਟਰ ਜਸਬੀਰ ਕੌਰ ਬੈਂਸ ਹੁਣੀ ਜੋ ਕਿ ਇੱਕ ਲੇਖਿਕਾ ਵੀ ਨੇ, ਪ੍ਰੋਫੈਸਰ ਵੀ ਨੇ ਔਰ ਬਹੁਤ ਲੰਬੇ ਸਮੇਂ ਤੋਂ ਕੁੜੀਆਂ ਨੂੰ ਗਿੱਧਿਆਂ ਦੀ ਸਿਖਲਾਈ ਵੀ ਦੇ ਰਹੇ ਨੇ। ਸੋ ਕੋਈ ਐਸਾ ਮੰਚ, ਪੰਜਾਬ ਦੀ ਕੋਈ ਐਸੀ ਸਟੇਜ ਨਹੀਂ ਹੋਣੀ ਜਿੱਥੇ ਇਹਨਾਂ ਦੀਆਂ ਸਿਖਾਈਆਂ ਹੋਈਆਂ ਕੁੜੀਆਂ ਨੇ ਗਿੱਧਿਆਂ ਦੇ ਨਾਲ ਚਾਰ ਚੰਨ ਨਾ ਲਗਾਏ ਹੋਣ। ਸੋ ਇਹ ਆਪਣੀਆਂ ਦੋ ਕਿਤਾਬਾਂ ਜੋ ਕਿ ਪੰਜਾਬੀ ਲੋਕ ਗੀਤਾਂ ਦੇ ਨਾਲ ਜੁੜੀਆਂ ਹੋਈਆਂ ਨੇ, ਬਾਬਲ ਵਿਦਾ ਕਰੇਂਦਿਆ ਤੇ ਕਲਗੀ ਲਿਸ਼ਕਾ ਮਾਰੇ, ਜੋ ਘੋੜੀਆਂ ਅਤੇ ਸੁਹਾਗਾਂ ਦੇ ਨਾਲ ਜੁੜੀਆਂ ਹੋਈਆਂ ਨੇ, ਉਹ ਵੀ ਦਰਸ਼ਕਾਂ ਦੀ ਝੋਲੀ ਦੇ ਵਿੱਚ ਪਾ ਚੁੱਕੇ ਨੇ, ਸਾਡੇ ਰੂਬਰੂ ਕਰ ਚੁੱਕੇ ਨੇ। ਸੋ ਮੈਮ ਗੱਲਬਾਤ ਦਾ ਸਿਲਸਿਲਾ ਅਸੀਂ ਅੱਗੇ ਵਧਾਉਂਦੇ ਹਾਂ। ਸੋ ਕਿਵੇਂ ਦੇਖਦੇ ਹੋ ਸੌਣ ਮਹੀਨੇ ਨੂੰ ਪੰਜਾਬੀ ਔਰਤ ਦੀ ਜ਼ਿੰਦਗੀ ਦੇ ਵਿੱਚ? ਦੇਖੋ, ਇਸ ਤਰ੍ਹਾਂ ਹੈ, ਜੇਠ ਹਾੜ ਦੀਆਂ ਕੜਕਦੀਆਂ ਧੁੱਪਾਂ ਦੇ ਨਾਲ ਧਰਤੀ ਦਾ ਸੀਨਾ ਤਪਿਆ ਪਿਆ ਹੁੰਦਾ ਹੈ ਜੀ, ਤੇ ਜਿਹੜੇ ਦਰਖਤਾਂ ਦੇ ਪੱਤੇ ਨੇ ਉਹ ਵੀ ਮੁਰਝਾਏ ਹੁੰਦੇ ਨੇ ਤੇ ਜਿਹੜੇ ਇਨਸਾਨਾਂ ਦੇ ਚਿਹਰੇ ਨੇ ਉਹ ਵੀ ਕੁਮਲਾਏ ਪਏ ਹੁੰਦੇ ਨੇ। ਪਰ ਜੇਠ ਹਾੜ ਦੀਆਂ ਕੜਕਦੀਆਂ ਧੁੱਪਾਂ ਤੋਂ ਬਾਅਦ ਜਦੋਂ ਸਾਵਣ ਦਾ ਮੇਘਲਾ ਵਰਸਦਾ ਹੈ ਤਾਂ ਪ੍ਰਕਿਰਤੀ ਨੂੰ ਚਾਰ ਚੰਨ ਲੱਗ ਜਾਂਦੇ ਨੇ। ਬਿਲਕੁਲ। ਟੋਏ, ਟਿੱਬੇ, ਨਦੀਆਂ, ਨਾਲੇ, ਖੂਹ ਸਾਰੇ ਦੇ ਸਾਰੇ ਪਾਣੀ ਦੇ ਨਾਲ ਜਲ-ਥਲ ਹੋ ਜਾਂਦੇ ਨੇ ਤੇ ਜਿਹਦੇ ਨਾਲ ਕਿ ਜਿਹੜੀ ਪ੍ਰਕਿਰਤੀ ਹੈ ਉਹ ਇੱਕਦਮ ਹੀ ਆਪਣੇ ਰੰਗ ਲਿਆਉਂਦੀ ਹੈ ਤੇ ਜਿਹੜੀ ਮਿੱਟੀ ਚੜੀ ਹੁੰਦੀ ਹੈ ਉਹ ਵੀ ਜਿਸ ਤਰ੍ਹਾਂ ਇੱਕ ਔਰਤ ਸਿਰ ਨਹਾ ਕੇ ਨਿਕਲਦੀ ਹੈ
ਤਾਂ ਉਹ ਆਪਣੇ ਆਪ ਨੂੰ ਬੜਾ ਫਰੈਸ਼ ਫੀਲ ਕਰਦੀ ਹੈ। ਇਸੇ ਤਰ੍ਹਾਂ ਜਿਹੜੀ ਪ੍ਰਕਿਰਤੀ ਆ ਉਹ ਆਪਣੇ ਆਪ 'ਚ ਇੱਕ ਨਹਾਤੀ ਧੋਤੀ ਲੱਗਦੀ ਹੈ। ਚਾਰ ਸਫੇਰੇ ਫੁੱਲ ਹੀ ਫੁੱਲ ਖਿੜਦੇ ਨੇ ਤੇ ਪ੍ਰਕਿਰਤੀ ਆਪਣੀ ਰੰਗ ਲਿਆਉਂਦੀ ਹੈ, ਜਿਹਨੂੰ ਵੇਖ ਕੇ ਸਾਡੇ ਜਿਹੜੇ ਚਿਹਰੇ ਨੇ ਉਹ ਵੀ ਆਪਣੇ ਆਪ ਹੀ ਖਿੜਦੇ ਨੇ। ਖਾਸ ਤੌਰ ਤੇ ਔਰਤ ਜਿਹੜੀ ਕਿ ਸੱਤ ਰੰਗੀ ਪੀਂਘ ਨੂੰ ਵੇਖਦੀ ਹੈ, ਜਦੋਂ ਸਾਵਣ ਦਾ ਮਹੀਨਾ ਹੁੰਦਾ, ਮੀਂਹ ਪੈਂਦਾ ਤੇ ਪੀਂਘਾਂ ਵੇਖਦੀ ਹੈ, ਸੱਤ ਰੰਗੀ ਪੀਂਘ ਨੂੰ ਵੇਖ ਕੇ ਉਹਦੇ ਅੰਦਰਲੇ ਜਿਹੜੇ ਹਾਵ ਭਾਵ ਨੇ ਉਹ ਵੀ ਉਸਲ ਵੱਟੇ ਲੈਂਦੇ ਨੇ। ਫਿਰ ਉਹ ਕੋਈ ਨਾ ਕੋਈ ਮੌਕਾ ਭਾਲਦੀ ਹੈ। ਉਹ ਜਿਹੜਾ ਮੌਕਾ ਹੈ ਉਹ ਸਾਨੂੰ ਸਾਵਣ ਮਹੀਨਾ ਹੀ ਦਿੰਦਾ ਹੈ ਜੀ। ਸੋ ਜਿਹੜਾ ਕੁਦਰਤ ਦਾ ਇੱਕ ਨਿਖਾਰ ਹੈ ਹਨਾ, ਤੁਸੀਂ ਕਿਹਾ ਉਹ ਇੱਕ ਔਰਤ ਦੇ ਜਿਹੜੇ ਵਲਵਲੇ ਨੇ ਉਹਨਾਂ ਨੂੰ ਫੇਰ ਤੋਂ ਜਗਾ ਦਿੰਦਾ ਹੈਗਾ। ਬਿਲਕੁਲ। ਸੋ ਇਹੀ ਵਜ੍ਹਾ ਹੈ ਕਿ ਸਾਉਣ ਦੇ ਨਾਲ ਸਾਡੇ ਕਈ ਤਿਉਹਾਰ ਵੀ ਜੁੜ ਜਾਂਦੇ ਆ। ਸੋ ਕਿਸ ਤਰ੍ਹਾਂ ਦੇ ਤਿਉਹਾਰ ਜੁੜਦੇ ਆ ਸਾਡੇ? ਦੇਖੋ, ਸਾਵਣ ਦੇ ਮਹੀਨੇ ਦੇ ਵਿੱਚ ਖਾਸ ਕਰਕੇ ਇੱਕੋ ਇੱਕ ਤਿਉਹਾਰ ਹੈ ਜਿਹੜਾ ਕਿ ਨਿਰਾ ਔਰਤਾਂ ਦੇ ਨਾਲ ਹੈ, ਉਹ ਹੈ ਧੀਆਂ ਦਾ ਤਿਉਹਾਰ। ਕਿਉਂਕਿ ਕਿਹਾ ਜਾਂਦਾ ਨਾ ਵੀ ਜਿਸ ਘਰ ਧੀਆਂ ਉਸ ਘਰ ਧੀਆਂ। ਬਿਲਕੁਲ। ਕਿਉਂਕਿ ਧੀਆਂ ਤੇ ਧੀਆਂ ਇਹ ਆਪਸ ਵਿੱਚ ਜੁੜੀਆਂ ਹੋਈਆਂ ਨੇ। ਤੇ ਇੱਕ ਪਾਸੇ ਦੇਖੋ ਮਾਂ ਨੂੰ ਰੀਝ ਹੁੰਦੀ ਹੈ, ਸਾਵਣ ਦਾ ਮਹੀਨਾ ਚੜ੍ਹਦਾ ਤੇ ਮਾਂ ਦਾ ਅੰਦਰੋਂ ਉਸ ਨੂੰ ਧੀ ਨੂੰ ਮਿਲਣ ਦੇ ਲਈ ਵਲਵਲੇ ਉੱਠਦੇ ਨੇ, ਹਾਏ ਮੈਂ ਕਦੋਂ ਆਪਣੀ ਧੀ ਨੂੰ ਮਿਲ ਜਾਵਾਂ। ਕਿਉਂਕਿ ਮਾਂ ਧੀ ਦਾ ਰਿਸ਼ਤਾ ਬਹੁਤ ਹੀ ਨਿੱਘਾ ਰਿਸ਼ਤਾ ਹੈ। ਬਿਲਕੁਲ। ਤੇ ਜਿਸ ਦੇ ਵਿੱਚ ਇਸ ਤੋਂ ਮਿੱਠਾ ਰਿਸ਼ਤਾ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦੇ ਵਿੱਚ ਕੋਈ ਹੋਏਗਾ ਜਿਹਾ ਜਿਹਾ ਮਾਂ ਧੀ ਦਾ। ਕਿਉਂਕਿ ਮਾਂ ਹੈ ਜਿਹੜੀ ਉਹ ਧੀ ਨੂੰ ਮਿਲਣ ਦੇ ਲਈ ਉਹਦੇ ਵਿੱਚ ਇੱਕ ਵਿਰਾਗ ਪੈਦਾ ਹੋਇਆ ਹੁੰਦਾ ਤੇ ਉਹ ਜਦੋਂ ਸਾਵਣ ਚੜ੍ਹਦਾ ਉਹ ਆਪਣੀ ਧੀ ਕੋਲ ਭੇਜਣ ਦੇ ਲਈ ਉਹਦੇ ਵੀਰ ਨੂੰ ਤਿਆਰ ਕਰਦੀ। ਤਾਂ ਹੀ ਕਹਿੰਦੀ ਭੇਜੀ ਵੀਰਾ। ਹਾਂ, ਤੇ ਉਧਰ ਜਿਹੜੀ ਭੈਣ ਹੈ ਉਸ ਦੀ ਵੀ ਹੇਠਾਂ ਅੱਡੀ ਨਹੀਂ ਲੱਗਦੀ। ਉਹ ਕਦੇ ਕਾਵਾਂ ਨੂੰ ਉਡਾਉਂਦੀ ਹੈ ਵੀ ਕਿਸ ਦਿਨ ਮੇਰਾ ਵੀਰ ਆਊਗਾ, ਕਦੇ ਕਾਵਾਂ ਨੂੰ ਚੂਰੀਆਂ ਪਾਉਂਦੀ ਹੈ ਤੇ ਫਿਰ ਉਹ ਉਡੀਕਦੀ ਹੈ। ਫਿਰ ਜਦੋਂ ਉਹਨੂੰ ਕਿਤੋਂ ਵੀਰ ਆਉਂਦਾ ਨਜ਼ਰੀ ਤਾਂ ਉਹ ਵੇਖਦੀ ਹੈ ਉਹਦੇ ਹੱਥ ਦੇ ਵਿੱਚ ਛਤਰੀ ਫੜੀ ਹੋਈ ਹੈ ਤੇ ਭਾਈ ਲੈਣ ਆ ਰਿਹਾ ਹੈ। ਹੱਥ ਛਤਰੀ ਸੂਏ ਦੀ ਆਵੇ ਪਟੜੀ, ਉਹ ਵੀਰ ਮੇਰਾ ਕੁੜੀਓ। ਕੀ ਬਾਤ ਹੈ। ਬਸ ਫਿਰ ਤਾਂ ਉਹਦੇ ਧਰਤੀ ਪੈਰ ਨਹੀਂ ਲੱਗਦੇ ਵੀ ਹੁਣ ਮੈਂ ਪੇਕਿਆਂ ਨੂੰ ਜਾਣਾ, ਮਾਂ ਨੂੰ ਮਿਲਣਾ ਤੇ ਤੀਆਂ ਦੇ ਤਿਉਹਾਰ ਦੇ ਵਿੱਚ ਸਹੇਲੀਆਂ ਨੂੰ ਵੀ ਮਿਲਣਾ ਜੀ। ਸੋ ਇੱਕ ਮਾਂ ਨੂੰ ਜਿਹੜੀ ਧੀ ਆ ਉਹ ਵੀ ਸੁਖਨ ਸੁਨੇਹੇ ਜਿਹੜੇ ਆ ਉਹ ਘਲਾਉਣੇ ਸ਼ੁਰੂ ਕਰ ਦਿੰਦੀ ਹੈ, ਨਹੀਂ ਭੇਜੀ ਮਾਂ ਨਿੱਕੇ ਵੀਰ ਨੂੰ ਤੇ ਮੈਂ ਤੀਆਂ ਦੇ ਕੱਟਣ ਮੈਂ ਜਾਣਾ। ਸੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਰਹਿੰਦਾ। ਜਿਵੇਂ ਤੁਸੀਂ ਮਾਂ ਦੇ ਜਜ਼ਬਾਤ ਦੱਸੇ ਆ, ਜਿਹੜੀ ਧੀ ਆਪਣੇ ਸਹੁਰੇ ਘਰ, ਕਿਉਂਕਿ ਪਿੰਡ ਦੀਆਂ ਜਿਹੜੀਆਂ ਕੁੜੀਆਂ ਉਹਨਾਂ ਦੇ ਲਈ ਤਾਂ ਤੀਆਂ ਤਰਿੰਜਣ ਜਾਨ ਉਹਨਾਂ ਦੇ ਵਿੱਚ ਤਾਂ ਨਵੀਂ ਭਰਦੇ ਹੀ ਹੈ, ਪਰ ਜਿਹੜੀਆਂ ਸਹੁਰੇ ਗਈਆਂ ਹੁੰਦੀਆਂ ਵਿਛੜੀਆਂ ਹੁੰਦੀਆਂ ਆ ਉਹਨਾਂ ਦੇ ਕੀ ਜਜ਼ਬਾਤ ਰਹਿੰਦੇ ਆ? ਉਹਨਾਂ ਦੇ ਜਜ਼ਬਾਤ ਤਾਂ ਬਿਲਕੁਲ ਡਿਫਰੈਂਟ ਹੁੰਦੇ ਨੇ। ਕਿਉਂਕਿ ਜਦੋਂ ਧੀ ਵਿਆਹੀ ਜਾਂਦੀ ਹੈ ਜੀ, ਰਿਸ਼ਤੇਦਾਰ ਤਾਂ ਮਿਲ ਲੈਂਦੇ ਨੇ ਜੀ, ਵੀਰ ਮਾਪੇ ਮਿਲ ਆਉਂਦੇ ਨਹੀਂ, ਉਹ ਮਿਲਦੀ ਹੈ ਵਿਛੜੀ ਸਹੇਲੀ। ਉਹ ਜਿਹੜੀ ਵਿਛੜੀ ਸਹੇਲੀ ਹੈ ਉਹ ਧੀਆਂ 'ਚ ਹੀ ਮਿਲਦੀ ਹੈ। ਕਿਉਂਕਿ ਜੋ ਅਸੀਂ ਆਪਣੇ ਦਿਲ ਦੀਆਂ ਭਾਵਨਾਵਾਂ ਆਪਣੀ ਸਹੇਲੀ ਦੇ ਨਾਲ ਸਾਂਝੀਆਂ ਕੀਤੀਆਂ ਹੁੰਦੀਆਂ ਨੇ ਤੇ ਉਹ ਅਸੀਂ ਹੋਰ ਰਿਸ਼ਤੇ ਦੇ ਨਾਲ ਨਹੀਂ ਕਰ ਸਕਦੇ। ਬਿਲਕੁਲ ਬਿਲਕੁਲ। ਤੇ ਇਸ ਕਰਕੇ ਉਹਨਾਂ ਦੇ ਵਿੱਚ ਇਹ ਵੀ ਇੱਕ ਹੁੰਦਾ ਵੀ ਮਾਂ ਨੂੰ ਤਾਂ ਮਿਲਣਾ ਹੀ ਮਿਲਣਾ, ਪਰ ਉਹ ਵਿਛੜੀ ਸਹੇਲੀ ਨੂੰ ਵੀ ਤੀਆਂ ਦੇ ਵਿੱਚ ਹੀ ਮਿਲਣਾ। ਕਿਉਂਕਿ ਉਹ ਜਿਹੜੀ ਨੋਕ ਝੋਕ ਹੈ ਅਸਲੀ, ਉਹ ਤੀਆਂ ਦੇ ਵਿੱਚ ਆ ਕੇ ਉਸਨੇ ਜ਼ਾਹਰ ਕਰਨੀ ਹੈ। ਕਿਉਂਕਿ ਜਦੋਂ ਤੀਆਂ ਦੇ ਵਿੱਚ ਧੀ ਆਉਂਦੀ ਹੈ ਜੀ, ਉਸ ਨੂੰ ਨਾ ਤਾਂ ਉਸ ਵੇਲੇ ਸੱਸ ਦਾ ਡਰ ਹੁੰਦਾ, ਸੱਸ ਦੀਆਂ ਘੁਰਕੀਆਂ ਦਾ ਨਹੀਂ ਹੁੰਦੀਆਂ, ਤੇ ਦੂਸਰੇ ਪਾਸੇ ਜੇਠ ਦੀ ਜਿਹੜੀ ਕਰੜਾਈ ਹੈ ਉਹ ਵੀ ਨਹੀਂ ਹੈ, ਤੇ ਦਿਓਰ ਦੀ ਮਸ਼ਕਰੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਕੱਠੀਆਂ ਹੋ ਜਾਂਦੀਆਂ ਨੇ। ਉਹ ਜਦੋਂ ਇਕੱਠੀਆਂ ਹੁੰਦੀਆਂ ਫਿਰ ਤਾਂ ਉਹ ਗਿੱਧੇ ਦੇ ਵਿੱਚ ਇੱਕ ਭਾਂਬੜ ਬਣ ਕੇ, ਇੱਕ ਲਾਟ ਬਣ ਕੇ ਨੱਚਦੀਆਂ ਨੇ। ਬਿਲਕੁਲ ਬਿਲਕੁਲ। ਕਹਿੰਦੇ ਨਾ ਸੌਣ ਮਹੀਨਾ ਦਿਨ ਤੀਆਂ ਦੇ, ਸਭੇ ਸਹੇਲੀਆਂ ਆਈਆਂ ਤੇ ਸੰਤੋ ਬੰਤੋ ਹੋਈਆਂ ਇਕੱਠੀਆਂ, ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ। ਹੁਣ ਮੇਰਾ ਇਹ ਇੱਥੇ ਸਵਾਲ ਹੈ ਕਿ ਉਹ ਤਾਂ ਪੇਕੇ ਚਲੀ ਗਈ, ਫਿਰ ਇੱਥੇ ਨਣਦਾਂ ਤੇ ਭਰਜਾਈਆਂ ਕਿੱਦਾਂ ਇਕੱਠੀਆਂ ਹੋ ਗਈਆਂ? ਇਹ ਇਸ ਤਰ੍ਹਾਂ ਹੈ, ਇਹ ਆਪਣੀ ਨਾ ਇੱਕ ਮਾਲਵੇ ਦੇ ਵਿੱਚ ਪਹਿਲਾਂ ਰੀਤ ਹੁੰਦੀ ਸੀ ਵੀ ਜਦੋਂ ਧੀ ਵਿਆਹੀ ਜਾਂਦੀ ਹੈ ਤਾਂ ਉਹ ਪਹਿਲੀ ਜਿਹੜੀ ਤੀਆਂ ਨੇ ਉਹ ਪੇਕੇ ਘਰ ਮਨਾਉਂਦੀ ਸੀ। ਵੀ ਇਹ ਮਿੱਥ ਚੱਲੀ ਆਉਂਦੀ ਸੀ ਵੀ ਸੱਸ ਨੂੰ ਇੱਕ ਦੂਜੇ ਦੇ ਮੱਥੇ ਨਹੀਂ ਲੱਗਦੀਆਂ। ਬਿਲਕੁਲ, ਹੈਨਾ ਜੀ ਜੀ ਜੀ। ਹਾਂ, ਇਹ ਮੰਨਿਆ ਜਾਂਦਾ ਸੀ, ਤਾਂ ਕਰਕੇ ਉਹ ਆਪਣੇ ਪੇਕੇ ਚਲੀ ਗਈ, ਉਹ ਆਪਣੇ ਪੇਕੇ ਚਲੀ ਗਈ। ਔਰ ਇਹ ਵੀ ਕਹਿੰਦੇ ਸੀ ਸੱਸ ਦੀ ਉਮਰ ਘਟਦੀ ਹੈ। ਹਾਂ, ਸੱਸ ਦੀ ਉਮਰ ਘਟ ਜਾਂਦੀ ਹੈ, ਇੱਕ ਮਿੱਥ ਸੀ। ਪਰ ਹੁਣ ਦੇਖੋ ਇਹ ਸਮਾਂ ਬਦਲ ਗਿਆ, ਸਮੇਂ ਦੇ ਨਾਲ ਹੁਣ ਇਹ ਹੈ ਵੀ ਹੁਣ ਸਾਰੀਆਂ ਕੁੜੀਆਂ ਤਾਂ ਘਰ ਦੇ ਵਿੱਚ ਨਹੀਂ ਰਹਿੰਦੀਆਂ। ਹਾਂਜੀ, ਅੱਜ ਕੱਲ ਵੈਸੇ ਦੇਖੋ ਸਮੇਂ ਦੇ ਬਦਲਣ ਦੇ ਨਾਲ
ਤੇ ਹੁਣ ਲੜਕੀਆਂ ਵੀ ਇੰਨੀਆਂ ਵਿਹਲੀਆਂ ਨਹੀਂ ਹੁੰਦੀਆਂ ਵੀ 1 ਮਹੀਨਾ ਆ ਕੇ ਜਾਂ 15 ਦਿਨ ਆ ਕੇ ਪੇਕੇ ਘਰ ਬੈਠੀਆਂ ਰਹਿਣ, ਬਟ ਉਹ ਆਉਂਦੀਆਂ ਜ਼ਰੂਰ ਨੇ ਜੀ ਕਿਉਂਕਿ 11 ਮਹੀਨੇ ਉਹ ਵੇਟ ਕਰਦੀਆਂ ਵੀ ਕਦੋਂ ਸਾਉਣ ਦਾ ਮਹੀਨਾ ਆਵੇ ਤੇ ਕਦੋਂ ਅਸੀਂ ਆਪਣੇ ਪੇਕੇ ਘਰ ਜਾਈਏ। ਜੀ ਔਰ ਬਿਲਕੁਲ ਜਿਵੇਂ ਇਸ ਤੋਂ ਪਹਿਲਾਂ ਵਾਲੇ, ਕਿਉਂਕਿ ਪਹਿਲਾਂ ਖੇਤੀ ਪ੍ਰਧਾਨ ਸੂਬਾ ਸੀ ਪੰਜਾਬ, ਤੇ ਪਹਿਲਾਂ ਵਾਲੇ ਜਿਹੜੇ ਮਹੀਨੇ ਆ ਤੁਸੀਂ ਲਾ ਲਓ, ਉਹ ਫਸਲ ਨੂੰ ਵੱਢਣਾ ਤੇ ਉਸ ਤੋਂ ਬਾਅਦ ਨਵੀਂ ਫਸਲ ਝੋਨੇ ਦੀ ਜਿਹੜੀ ਉਹ ਬੀਜਣੀ, ਉਧਰ ਵਿਅਸਤ ਰਹਿੰਦੀ ਹੁੰਦੀ ਸੀ ਜ਼ਿੰਦਗੀ, ਤੇ ਕਿਤੇ ਨਾ ਕਿਤੇ ਵੀ ਸੀ ਕੰਮਕਾਰ ਇੰਨਾ ਕਰ ਲਿਆ ਹੈ, ਹੁਣ ਥੋੜਾ ਜਿਹਾ ਇਹਨੂੰ ਰੈਸਟ ਦਿੱਤੀ ਜਾਏ ਤੇ ਰੈਸਟ ਪੇਕੇ ਘਰ ਹੀ ਹੋ ਸਕਦੀ ਹੈ। ਬਿਲਕੁਲ, ਕਿਉਂਕਿ ਉੱਥੇ ਅਸਲ ਦੇ ਵਿੱਚ ਹੁੰਦੀ ਆ ਵੀ ਬਿਲਕੁਲ ਬੇਫਿਕਰੀ, ਜੀ ਕਿਸੇ ਚੀਜ਼ ਦਾ ਫਿਕਰ ਨਹੀਂ ਹੁੰਦਾ, ਕੋਈ ਚਿੰਤਾ ਨਹੀਂ ਹੁੰਦੀ, ਕੋਈ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਕੋਈ ਸਾਨੂੰ ਆ ਕੇ ਟੋਕੇਗਾ। ਜੇਕਰ ਕੋਈ ਟੋਕਦਾ ਵੀ ਹੈ ਤਾਂ ਉਹ ਜਿਵੇਂ ਤਾਇਆ, ਕਿਉਂਕਿ ਤਾਏ ਲਈ ਤਾਂ ਉਹ ਬੱਚੀ ਹੈ, ਪੇਕੇ ਘਰ ਤਾਂ ਉਹਨੇ ਧੀ ਰਹਿਣਾ ਹੈ ਨਾ, ਮੈਨੂੰ ਧੀ ਨਹੀਂ ਕਿਸੇ ਨੇ ਕਹਿਣਾ, ਬਾਬਰ ਤੇਰੀ ਜੂ ਟੱਪ ਕੇ। ਪੇਕੇ ਘਰ ਤਾਂ ਭਾਵੇਂ ਉਹ ਇੱਕ ਬੁੱਢੀ ਹੁੰਦੀ ਹੈ ਤਾਂ ਵੀ ਧੀ ਹੈ ਜੀ, ਤੇ ਉਹ ਜਿਹੜੀ ਧੀ ਦਾ ਰਿਸ਼ਤਾ ਉੱਥੇ ਆ ਕੇ ਉਹ ਬਿਲਕੁਲ ਹੀ ਬੇਫਿਕਰ ਹੋ ਕੇ ਜਦੋਂ ਉਹ ਪਿੰਡ ਦੇ ਵਿੱਚ ਜਾਂਦੀ ਆ, ਖਾਸ ਤੌਰ ਤੇ ਧੀਆਂ ਦੇ ਪਿੰਡ ਦੇ ਵਿੱਚ, ਤਾਂ ਉੱਥੇ ਇੱਕ ਪਾਸੇ ਤਾਂ ਪੀਂਘਾਂ ਪੈ ਰਹੀਆਂ ਹੁੰਦੀਆਂ, ਉਸ ਪੀਂਘ ਦੇ ਉੱਤੇ ਨਾ 2 ਲੜਕੀਆਂ ਚੜ੍ਹਦੀਆਂ, ਇੱਕ ਨਹੀਂ ਚੜ੍ਹਦੀ, ਲੜਕੀਆਂ ਔਰਤਾਂ, ਉਹ ਫਿਰ ਨਾ ਜਦੋਂ ਪੀਂਘ ਚੜਾਉਂਦੀਆਂ ਉਹ ਪਿੱਪਲ ਦਾ ਉੱਪਰੋਂ ਨਾ ਪੱਤਾ ਤੋੜ ਕੇ ਲਿਆਉਂਦੀਆਂ। ਹਾਂ, ਉਹ ਹੀਂਗ, ਕੀ ਉਹਨੂੰ ਕਹਿੰਦੇ, ਹੀਂਗ ਪਾਉਣਾ ਕਹਿੰਦੇ ਸ਼ਾਇਦ ਉਹਨੂੰ, ਪੀਂਘ ਪਾਉਣਾ ਹੀ ਹੁੰਦਾ, ਪੀਂਘ ਹੀ ਹੁੰਦੀ ਆ। ਤੇ ਉਹ ਫਿਰ ਜਿਹੜੀ ਦੂਸਰੀਆਂ ਉਹਨਾਂ ਦੀ ਵਾਰੀ ਨਹੀਂ ਆਉਂਦੀ, ਫਿਰ ਉਹ ਕਹਿੰਦੀ ਤੇਰੀ ਸਿਖਰੋ ਪੀਂਘ ਟੁੱਟ ਜਾਵੇ, ਬਹੁਤੀਆਂ ਮਜਾਜਾਂ ਵਾਲੀ ਹੈ। ਕੀ ਬਾਤ ਹੈ। ਤੇ ਉਹ ਪੀਂਘ ਜਦੋਂ ਚੜਾਉਂਦੀ ਹੈ ਤੇ ਨਾਲ ਦੇ ਨਾਲ ਆਪਣੇ ਮਾਹੀ ਨੂੰ ਵੀ ਯਾਦ ਕਰਦੀ ਹੈ, ਕਿਉਂਕਿ ਪੀਂਘਾਂ ਜਦੋਂ ਪਾਏ ਰਹੀਆਂ, ਤੀਆਂ ਜਦੋਂ ਮਨਾ ਰਹੀਆਂ, ਮਾਹੀ ਤਾਂ ਕੋਲ ਨਹੀਂ ਹੈ। ਬਿਲਕੁਲ, ਮਾਹੀ ਨੂੰ ਤਾਂ ਆਪਣੇ ਸਹੁਰੇ ਘਰ ਛੱਡਿਆ ਹੀ ਆ। ਬਿਲਕੁਲ। ਤੇ ਫਿਰ ਉਹ ਕਹਿੰਦੀ ਆ ਹੂਟਾ ਦੇ ਜਾਵੇ ਗੁਲਾਬੀ ਪੱਗ ਵਾਲਿਆ, ਪੀਂਘ ਪਾਈ ਤੇਰੇ ਆਸਰੇ। ਕੀ ਬਾਤ ਹੈ। ਮੈਨੂੰ ਤੀਆਂ ਵਿੱਚ ਪੈਣ ਭੁਲੇਖੇ, ਤੇਰੀ ਵੇ ਸੰਧੂਰੀ ਪੱਗ ਦੇ ਭੁਲੇਖੇ ਪੈ ਰਹੇ ਆ, ਹੈ ਨਹੀਂ ਨਾ। ਤਾਂ ਉਹ ਉਹਨਾਂ ਦੀ ਇੱਕ ਇਮੇਜਿਨੇਸ਼ਨ ਹੈ, ਉਹ ਇਮੇਜਿਨੇਸ਼ਨ ਦੇ ਵਿੱਚ ਫਿਰ ਜਦੋਂ ਉਹ ਪੀਂਘ ਚੜਾਉਂਦੀ ਹੈ, ਉਹ ਪੱਤਾ ਤੋੜ ਕੇ ਲਿਆਉਂਦੀ ਹੈ ਤੇ ਦੂਸਰੀਆਂ ਵੀ ਉਸ ਨੂੰ ਟੀਚਰ ਕਰਦੀਆਂ ਨੇ। ਫਿਰ ਜੇਕਰ ਕੋਈ ਉੱਥੇ ਚੁੱਪ ਕਰਕੇ ਖੜ ਜਾਂਦੀ ਹੈ ਜੀ ਤਾਂ ਉਹਨੂੰ ਚੁੱਪ ਨਹੀਂ ਕਰਨ ਦਿੰਦੀਆਂ, ਕਿਉਂਕਿ ਉਹ ਤਾਂ ਮौज ਮਸਤੀ ਕਰਨ ਆਈਆਂ ਹੋਈਆਂ। ਜੀ ਜੀ ਜੀ, ਉਹਨਾਂ ਦੇ ਤਾਂ ਵਲਵਲੇ ਉੱਠ ਰਹੇ ਆ, ਉਹਨਾਂ ਦਾ ਦਿਲ ਕਰਦਾ ਵੀ ਅਸੀਂ ਚਾਂਗਰਾ ਮਾਰੀਏ। ਜੀ ਬਿਲਕੁਲ। ਤੇ ਫਿਰ ਜੇਕਰ ਕੋਈ ਚੁੱਪ ਚੁਪੀਤੀ ਖੜ ਜਾਂਦੀ ਹੈ, ਫਿਰ ਉਸ ਨੂੰ ਗੀਤਾਂ ਦੇ ਬੋਲਾਂ ਰਾਹੀਂ ਹੀ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਪੁੱਛਦੀਆਂ, ਉਹਦੇ ਅੰਦਰਲੀ ਦਿਲ ਦੀ ਗੱਲ ਕਢਾਉਂਦੀਆਂ ਜੀ। ਕਹਿੰਦੀਆਂ ਪਿੱਪਲੀ ਹੇਠ ਖੜੋਤੜੀਏ, ਕਿਉਂ ਹੋਈ ਦਿਲਗੀਰ ਅੜੀਏ, ਪਿੱਪਲੀ ਹੇਠ ਖੜੋਤੜੀਏ, ਕਿਉਂ ਹੋਈ ਦਿਲਗੀਰ ਅੜੀਏ, ਜਾਂ ਇਹਦੇ ਕਰ ਸੱਸ ਲੜਾਕੀ, ਸੱਸ ਲੜਾਕੀ, ਜਾਂ ਇਹਦੇ ਪੇਕੇ ਦੂਰ ਅੜੀਏ, ਹਾਏ ਨੀ। ਫਿਰ ਉਹਨਾਂ ਨੂੰ ਦੱਸਦੀ ਹੈ ਜੀ ਵੀ ਮੈਂ ਤਾਂ ਦਲਗੀਰ ਹਾਂ, ਤੁਹਾਨੂੰ ਕੀ ਪਤਾ ਮੈਂ ਕਿਉਂ ਦਲਗੀਰ ਹਾਂ। ਅੱਛਾ। ਫਿਰ ਉਹ ਜਦੋਂ ਕਹਿੰਦੀ ਹੈ ਨਾ ਮੇਰੇ ਘਰ ਸੱਸ ਲੜਾਕੀ, ਸੱਸ ਲੜਾਕੀ, ਨਾ ਮੇਰੇ ਪੇਕੇ ਦੂਰ ਅੜੀਏ, ਹਾਏ ਨੀ ਦਿਲਾਂ ਦਾ ਜਾਨੀ ਦੂਰ ਅੜੀਏ, ਹਾਏ ਨੀ। ਇਸ ਤਰ੍ਹਾਂ ਦੇ ਫਿਰ ਉਹ ਹੋਰ ਆਪਸ ਵਿੱਚ ਮਾਰਦੀਆਂ ਨੇ। ਇਹ ਸਹੇਲੀਆਂ ਹੀ ਮਾਰ ਸਕਦੀਆਂ, ਕਿਉਂਕਿ ਜਿਹੜੀ ਭਰਜਾਈ ਉਹ ਵੀ ਸਹੇਲੀਆਂ ਵਰਗੀ ਹੁੰਦੀ ਹੈ ਨਾ, ਖਾਣ ਪਰਵਾਨ ਹੁੰਦਾ, ਤੇ ਇਸ ਕਰਕੇ ਉਹ ਭਰਜਾਈ ਨੂੰ ਵੀ ਆਪਣੀ ਸਹੇਲੀ ਮੰਨ ਰਹੀ ਹੈ ਤੇ ਉਹ ਪੀਂਘਾਂ ਵੀ ਪਾ ਰਹੀਆਂ ਨੇ। ਫਿਰ ਖਾਸੀਅਤ ਇਹ ਹੈ ਤੀਆਂ ਦੀ, ਜਦੋਂ ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦੇ ਵਿੱਚ ਜਦੋਂ ਕੁੜੀਆਂ ਇਕੱਠੀਆਂ ਹੁੰਦੀਆਂ, ਪੇਕੇ ਘਰ ਆਈਆਂ ਹੁੰਦੀਆਂ, ਫਟਾਫਟ ਦੁਪਹਿਰ ਤੱਕ ਕੰਮ ਨਿਬੇੜ ਕੇ ਆਥਣ ਵੇਲੇ ਤੋਂ ਜਦੋਂ ਉਹ ਆਪਣੀ ਪਿੰਡ ਦੀ ਬੀਹੀ ਦੇ ਵਿੱਚ, ਬੀਹੀ ਜਿਹੜਾ ਉਹਦਾ ਬਾਹਰਲਾ ਰਸਤਾ ਹੁੰਦਾ, ਉਹਦੇ ਵਿੱਚ ਜਦੋਂ ਉਹ ਜਾਂਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਮੜਕ ਹੈ ਉਹ ਵੇਖਣ ਵਾਲੀ ਹੁੰਦੀ ਹੈ, ਕਿਉਂਕਿ ਸਿਰਾਂ ਤੇ ਲਈਆਂ ਹੋਈਆਂ ਫੁਲਕਾਰੀਆਂ, ਕੋਈ ਟੂਲ ਦੀ ਫੁਲਕਾਰੀ, ਕਿਸੇ ਨੇ ਬਾਗ ਲਿਆ ਹੋਇਆ, ਪੈਰਾਂ ਦੇ ਵਿੱਚ ਪੰਜਾਬੀ ਜੁੱਤੀ ਤਿੱਲੇਦਾਰ, ਉਹਦੀ ਮੜਕ ਨਹੀਂ ਸਾਂਭੀ ਜਾ ਰਹੀ, ਤੇ ਹਾਰ ਸ਼ਿੰਗਾਰ ਪੂਰਾ ਲਗਾਇਆ ਹੋਇਆ, ਤੇ ਫਿਰ ਉੱਤੋਂ ਗਹਿਣੇ, ਕਿਤੇ ਸੱਗੀ ਫੁੱਲ ਪਾਇਆ, ਕਿਤੇ ਰਾਣੀ ਹਾਰ ਪਾਇਆ, ਹੱਸ ਹਮੇਲਾ, ਪਤਾ ਨਹੀਂ ਕਿੰਨੇ ਕੁ ਗਹਿਣਿਆਂ ਨਾਲ ਲੱਦ ਕੇ ਫਿਰ ਜਦੋਂ ਉਹ ਜਾਂਦੀ ਹੈ, ਫਿਰ ਉਹਦਾ ਹੁਸਨ ਹੈ ਜਿਹੜਾ ਪੂਰੇ ਦਾ ਪੂਰਾ ਮਹਿਕ ਉੱਠਦਾ ਹੈ। ਤੇ ਆਸੇ ਪਾਸੇ ਹੁਣ ਮਰਦਾਂ ਨੂੰ ਆਉਣ ਦੀ ਮਨਾਹੀ ਹੈ, ਉਹ ਕੋਈ ਖੇਤਾਂ ਦੇ ਵਿੱਚ ਹਲ ਬਾਹ ਰਿਹਾ ਤਾਂ ਵਿੱਚੇ ਵਿੱਚ ਗਾਉਂਦਾ, ਤੇਰੇ ਲੌਂਗ ਦਾ ਪਿਆ ਲਸ਼ਕਾਰਾ, ਹਾਲੀਆਂ ਨੇ ਹਾਲ ਤੱਕ
ਜੀ ਸੋ ਕੀ ਬਾਤ ਹੈ, ਇੱਕ ਮਤਲਬ ਪੂਰਾ ਮਾਹੌਲ ਜਿਹੜਾ ਉਹ ਬਣ ਜਾਂਦਾ। ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਭਾਵੇਂ ਤੀਆਂ ਦੇ ਵਿੱਚ ਸਹੇਲੀਆਂ ਦੇ ਵਿੱਚ ਵਿਚਰਦੀ ਹੈ ਪਰ ਮਾਹੀ ਨੂੰ ਮਿਸ ਕਰਦੀ ਹੈ ਹਨਾ, ਜਿਹਨੂੰ ਅਸੀਂ ਅੱਜ ਕੱਲ ਇੱਕ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਕਹਿ ਦਿੰਦੇ ਆ। ਔਰ ਅੱਜ ਕੱਲ ਕਿਤੇ ਕਿਤੇ ਸਾਡੇ 'ਚ ਇਹਦੀ ਸਹਿਜਤਾ ਦੀ ਕਮੀ ਹੋ ਗਈ, ਕਿਉਂਕਿ ਸਾਡੇ ਕੋਲ ਆਪਣੇ ਬਲਬਲੇ ਕੱਢਣ ਦਾ ਕੋਈ ਰਾਹ ਨਹੀਂ ਰਿਹਾ, ਜੋ ਕਿ ਔਰਤ ਗਿੱਧਿਆਂ ਦੇ ਨਾਲ ਇੰਨਾ ਜੁੜ ਨਹੀਂ ਸਕੀ, ਜਾਂ ਕਹਿ ਲਓ ਕੰਮਕਾਜੀ ਔਰਤ ਹੋ ਗਈ ਹੈ ਨਾ। ਮੈਮ ਤੀਆਂ ਦੇ ਦਿਨ ਕਿੱਦਾਂ ਮਿੱਥੇ ਜਾਂਦੇ ਸੀਗੇ ਕਿ ਆਹ ਦਿਨ ਤੋਂ ਅਸੀਂ ਗਿੱਧਾ ਸ਼ੁਰੂ, ਜਿਵੇਂ ਤੁਸੀਂ ਮੈਨੂੰ ਪਹਿਲਾਂ ਵੀ ਦੱਸਿਆ ਸੀ ਕਿ ਫਿਰ ਇੱਕ ਐਂਡ ਦੇ ਦਿਨਾਂ 'ਚ ਬੱਲੋ ਪੈਂਦੀ ਹੁੰਦੀ ਸੀਗੀ ਹੈ ਨਾ, ਉਹ ਐਂਡ 'ਚ ਪੈਂਦੀ ਹੈ ਜੀ। ਸੋ ਇਹ ਕਿੱਦਾਂ ਸ਼ੁਰੂ ਹੁੰਦਾ ਹੈ, ਕੀ ਇਹਦੀ ਪ੍ਰਕਿਰਿਆ ਰਹਿੰਦੀ ਹੈ ਨਾ ਦਿਨਾਂ ਦੀ? ਕਿਉਂਕਿ ਇਹ ਸੌਣ ਮਹੀਨੇ ਦਾ ਜਿਹੜਾ ਪਿਛਲਾ ਪੱਖ ਹੁੰਦਾ ਇਹ ਤੀਜ ਤੋਂ, ਚਾਨਣ ਦੀ ਤੀਜ ਤੋਂ ਸ਼ੁਰੂ ਹੋ ਜਾਂਦਾ ਹੈ ਜੀ, ਤੇ ਸਾਵਣ ਦੇ ਐਂਡ ਤੱਕ ਚੱਲਦਾ ਹੈ। ਬਿਲਕੁਲ। ਫਿਰ ਇਹ ਪੂਰੇ ਦੇ ਪੂਰੇ 15 ਦਿਨ ਜੀ ਕੁੜੀਆਂ ਚਿੜੀਆਂ ਇਕੱਠੀਆਂ ਹੋ ਕੇ ਹਾਰ ਸ਼ਿੰਗਾਰ ਲਗਾ ਕੇ ਤੇ ਤੀਆਂ ਦੇ ਵਿੱਚ ਜਾਂਦੀਆਂ ਨੇ। ਇੱਕ ਤੀਆਂ ਦੀ ਖਾਸੀਅਤ ਇਹ ਹੈ ਵੀ ਇਹ ਪਿੰਡ ਤੋਂ ਬਾਹਰ ਛੱਪੜ ਦੇ ਕੰਢੇ ਹਮੇਸ਼ਾ ਪਿੰਡ ਦੇ ਵਿੱਚ ਇੱਕ ਪਿੱਪਲ ਜਾਂ ਬਰੋਟਾ ਜ਼ਰੂਰ ਹੁੰਦਾ ਹੈ। ਬਿਲਕੁਲ ਹੈ ਨਾ, ਤੇ ਜਿੱਥੇ ਜਾ ਕੇ ਉਹ ਆਪਣੀਆਂ ਪਿੰਗਾਂ ਪਾਉਂਦੀਆਂ ਨੇ, ਤੀਆਂ ਮਨਾਉਂਦੀਆਂ ਨੇ। ਇਹ ਨਹੀਂ ਹੈ ਵੀ ਤੀਆਂ ਕਿਤੇ ਅਸੀਂ ਸਟੇਜ ਦੇ ਉੱਤੇ ਮਨਾ ਲੀਆਂ, ਨਾ, ਇਹ ਤਾਂ ਸਿਰਫ ਆਧੁਨਿਕ ਰੂਪ ਹੈ ਸਟੇਜ ਦੇ ਉੱਤੇ ਸਟੇਜੀਕਰਨ। ਸਟੇਜੀਕਰਨ ਤਾਂ ਸਿਰਫ ਇੱਕ ਕੰਪੀਟੀਸ਼ਨ ਹੈ ਜੀ, ਬਟ ਜਿਹੜਾ ਤੀਆਂ ਦਾ ਗਿੱਧਾ ਇਹਦੀ ਖਾਸੀਅਤ ਇਹ ਹੈ ਵੀ ਇਹ ਖੁੱਲੇ ਪਿੜ ਦੇ ਵਿੱਚ ਹੈ। ਕਿਸੇ ਵੱਲੋਂ ਮਾਹੀ ਦੀ ਨਹੋਰੇ ਦੀ ਗੱਲ ਹੈ, ਕਿਸੇ ਵੱਲੋਂ ਸੱਸ ਦੀ ਹੈ, ਕਿਉਂਕਿ ਹੁਣ ਜਦੋਂ ਸੱਸ ਦੇ ਕੋਲ ਹੋਏਗੀ ਫੇਰ ਨਹੀਂ ਨਾ ਸੱਸ ਨੂੰ ਕਹਿ ਸਕਦੀ। ਤਾਂ ਸੱਸ ਵੀ ਤਾਂ ਟਿਕਣ ਨਹੀਂ ਨਾ ਦਿੰਦੀ ਕਿ ਬਹੁਤਿਆਂ ਭਰਾਵਾਂ ਵਾਲੀ ਹੈ ਤੈਨੂੰ ਤੀਆਂ ਤੇ ਲੈਣ ਨਹੀਂ ਆਏ। ਉਹ ਕਹਿੰਦੇ ਬਹੁਤਿਆਂ ਭਰਾਵਾਂ ਵਾਲੀ ਹੈ ਤੈਨੂੰ ਤੀਆਂ ਨੂੰ ਲੈਣ ਆਏ, ਸੱਸੀਏ ਵੜੇਵੇਂ ਹੱਥੀਏ ਤੇ ਤੂੰ ਡਰਦੇ ਲੈਣ ਨਾ ਆਏ ਜੀ। ਜੇ ਮੈਂ ਜਾਣਦੀ ਸੱਸਾਂ ਦੀ ਮੰਡੀ ਲੱਗਣੀ, ਸੱਸ ਨੂੰ ਵੜੇਵੇਂ ਚਾੜਦੀ। ਉਹ ਕਿਵੇਂ? ਉਹ ਸਾਹਮਣੇ ਨਹੀਂ ਬੋਲ ਸਕਦੀ, ਪਿੱਛੋਂ ਹੀ ਹੈ ਜੀ। ਇਸ ਕਰਕੇ ਇਹੋ ਜੀ ਨੋਕ ਝੋਕ ਤਾਂ ਇੱਕ ਮਾਹੌਲ ਹੁੰਦਾ ਬਣਿਆ ਹੋਇਆ। ਉਸ ਮਾਹੌਲ ਦੇ ਵਿੱਚ ਉਹਨਾਂ ਦੇ ਅੰਦਰ ਦਬੀਆਂ ਹੋਈਆਂ ਜਿਹੜੀਆਂ ਭਾਵਨਾਵਾਂ ਨੇ ਉਹ ਔਰਤ ਦੀਆਂ ਬਾਹਰ ਨਿਕਲਦੀਆਂ ਨੇ। ਇਹ ਨਿਕਲਣੀਆਂ ਜ਼ਰੂਰੀ ਹੈ। ਮੰਨਦੇ ਆਪਾਂ ਸਮਾਂ ਬਦਲ ਗਿਆ ਪਰ ਸਾਡੀਆਂ ਫੀਲਿੰਗ ਤਾਂ ਨਹੀਂ ਨਾ ਚੇਂਜ ਹੋਈਆਂ। ਜੋ ਸਾਡੇ ਮਾਂ ਦੇ ਨਾਲ ਰਿਸ਼ਤਾ ਹੈ, ਜੋ ਸਾਡੀ ਸਹੇਲੀ ਨਾਲ ਰਿਸ਼ਤਾ ਹੈ, ਜੋ ਭਰਜਾਈ ਨਾਲ ਰਿਸ਼ਤਾ ਹੈ, ਉਹ ਤਾਂ ਉਸੇ ਤਰ੍ਹਾਂ ਬਰਕਰਾਰ ਰਹੇਗਾ। ਬਿਲਕੁਲ। ਇਹ ਅਸੀਂ ਕਹਿੰਦੇ ਆ ਵੀ ਸਮੇਂ ਦੇ ਦੌਰ ਵਿੱਚ, ਠੀਕ ਹੈ, ਸਮੇਂ ਦੇ ਦੌਰ ਦੇ ਵਿੱਚ ਸਾਡੇ ਕੋਲ ਰੁਝੇਵੇਂ ਵੱਧ ਗਏ ਜੀ। ਪਹਿਲਾਂ ਇਹੋ ਜਿਹੇ ਰੁਝੇਵੇਂ ਨਹੀਂ ਸੀ ਹੁੰਦੇ। ਸਿਰਫ ਖੇਤੀਬਾੜੀ ਪ੍ਰਧਾਨ ਦੇਸ਼ ਹੈ ਆਪਣਾ ਪੰਜਾਬ, ਜਿਹੜਾ ਰਾਜ ਹੈ ਇਹ ਖੇਤੀਬਾੜੀ ਹੈ। 70% ਲੋਕੀ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ, ਤੇ ਉਹ ਜਦੋਂ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹ ਖੇਤੀ ਦੇ ਨਾਲ ਹੀ ਜੁੜੇ ਹੋਏ, ਬੋਲੀਆਂ ਵੀ ਖੇਤੀ ਨਾਲ ਹੀ ਹੈ ਜੀ। ਹੱਫਾ ਨਾ ਮਾਰਦਾ, ਧੱਫਾ ਨਾ ਮਾਰਦਾ, ਮਾਰਦਾ ਪੰਜਾਲੀ ਵਾਲਾ ਹੱਥਾ, ਪੰਜਾਲੀ ਟੁੱਟ ਜਾਊਗੀ ਮੂਰਖਾ ਵੇ ਜੱਟਾ ਜੀ। ਹੁਣ ਦੇਖੋ ਇਹਨਾਂ ਦੇ ਵਿੱਚ ਵੀ ਲੋਕ ਬੋਲੀਆਂ ਤਾਂ ਆਪਣੀਆਂ ਇੰਨਾ ਕੋ ਆਪਣਾ ਅਮੀਰ ਵਿਰਸਾ ਹੈ, ਇਹਨੂੰ ਆਪਾਂ ਨੂੰ ਸਾਂਭਣ ਦੀ ਜ਼ਰੂਰਤ ਹੈ। ਆਪਾਂ ਇਹਨੂੰ ਸਾਂਭੀਏ। ਇਹ ਆਪਾਂ ਸਾਰੀਆਂ ਔਰਤਾਂ ਨੇ ਰਲ ਕੇ ਸਾਂਭਣਾ, ਇਹ ਮਰਦਾਂ ਨੇ ਨਹੀਂ ਸਾਂਭਣਾ। ਮਰਦਾਂ ਦਾ ਕੰਮ ਤਾਂ ਮਰਦਾਨਗੀ ਹੈ, ਕਮਾਈ ਕਰਕੇ ਲਿਆਉਣਾ ਜੀ। ਤੇ ਜਿਹੜੀ ਔਰਤ ਹੈ, ਔਰਤ ਦੇ ਜਿਹੜੇ ਵਲਵਲੇ ਆ ਉਹਨੂੰ ਸਿਰਫ ਇੱਕ ਔਰਤ ਜਾਣ ਸਕਦੀ ਹੈ, ਮਰਦ ਨਹੀਂ ਜਾਣ ਸਕਦਾ। ਉਸ ਸੁਹਜ ਨੂੰ ਜਿਹੜਾ ਹੈਗਾ ਔਰਤ ਦੀ। ਸੋ ਜਿਵੇਂ ਤੁਸੀਂ ਗੱਲ ਕੀਤੀ ਕਿ ਬਰੋਟੇ ਹੁੰਦੇ ਸੀ ਹਨਾ, ਬੋੜ ਹੁੰਦੇ ਸੀ ਹਨਾ, ਜਿਵੇਂ ਉਹ ਕਹਿੰਦੇ ਨੇ ਪਿੰਡ ਮੇਰੇ ਦੇ ਆ ਬੁੱਢਿਆ ਪਿੱਪਲਾ ਜਿਉਂਦਾ ਰਹਿ ਤੂੰ ਵਸਦਾ ਰਹਿ, ਇਸ ਪਿੰਡ ਦੇ ਲੋਕਾਂ ਦੀ ਜੀਵਨ ਗਾਥਾ ਦੱਸਦਾ ਰਹੇ। ਸੋ ਉਹਨਾਂ ਪਿੱਪਲਾਂ ਥੱਲੇ ਕਦੀ ਸੱਥ ਲੱਗਦੀ ਸੀ, ਕਦੇ ਬਾਬੇ ਬਹਿੰਦੇ, ਫਿਰ ਉਹ ਕਿਤੇ ਕੁੜੀਆਂ ਚਿੜੀਆਂ ਦੇ ਲਈ ਵੀ ਹਨਾ ਖੇੜਾ ਬਣ ਜਾਂਦੇ ਸੀ। ਪਰ ਅਜੋਕਾ ਜਿਹੜਾ ਤੀਆਂ ਦਾ ਰੂਪ ਤੁਸੀਂ ਗੱਲ ਕੀਤੀ ਕਿ ਸਟੇਜ ਟਾਈਪ ਹੋ ਗਿਆ, ਹੋਟਲ ਬੁੱਕ ਕੀਤਾ ਜਾਂਦਾ, ਰੈਸਟੋਰੈਂਟ ਬੁੱਕ ਕੀਤਾ ਜਾਂਦਾ, ਬੀਬੀਆਂ ਭੈਣਾਂ ਮੇਕਅਪ ਲਵਾ ਲੈਂਦੀਆਂ ਨੇ, ਉਸ ਇੱਕ ਦਿਨ ਲਈ ਸਾੜੀਆਂ ਪਾ ਲੈਂਦੀਆਂ ਨੇ ਤੇ ਉਸ ਦਿਨ ਡੀਜੇ ਦੇ ਉੱਤੇ ਬੋਲੀਆਂ ਲਗਾ ਕੇ ਜਿਹੜਾ ਨੱਚਿਆ ਜਾਂਦਾ ਹੈ। ਇਹ ਜਿਹੜਾ ਰੂਪ ਆ ਇਹਨੂੰ ਤੁਸੀਂ ਕਿੰਜ ਦੇਖਦੇ ਆ? ਦੇਖੋ ਜੀ, ਮੈਂ ਇਸ ਚੀਜ਼ ਨੂੰ ਬਿਲਕੁਲ ਇਹ ਚੀਜ਼ ਨੂੰ ਨੱਪਣਾ ਚਾਹੁੰਦੀ ਹਾਂ ਜੀ। ਕਿਉਂਕਿ ਜਦੋਂ ਮੈਂ ਪੰਜਾਬੀ ਕਲਚਰ 'ਚ ਜੰਮੀ ਆ, ਪੰਜਾਬੀ ਕਲਚਰ 'ਚ ਪਲੀ ਆ ਤੇ ਪੰਜਾਬੀ ਕਲਚਰ ਲਈ ਮੈਂ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਹੈ। ਮੈਂ ਚਾਹੁੰਦੀ ਹਾਂ ਵੀ ਸਾਡੀਆਂ ਔਰਤਾਂ ਇਕੱਠੀਆਂ ਹੋਣ ਜੀ, ਇਕੱਠੀਆਂ ਹੋ ਕੇ ਆਪਾਂ ਇਹ ਕਲਚਰ ਨੂੰ ਸਾਂਭੀਏ। ਬਿਲਕੁਲ ਠੀਕ ਹੈ, ਮੈਂ ਕੋਈ ਮੁੰਡਿਆਂ ਦੇ ਵਿਰੁੱਧ ਨਹੀਂ ਹੈ। ਮੁੰਡਿਆਂ ਨੇ ਗਰੁੱਪ ਬਣਾਏ ਜੀ, ਇਹ ਗਰੁੱਪ ਬਣਾਉਣ ਪਿੱਛੇ ਹੋ ਸਕਦਾ ਸਾਡੀ ਬੇਰੁਜ਼ਗਾਰੀ ਦਾ ਕਾਰਨ ਹੋਵੇ ਜੀ, ਬਟ ਉਹ ਹੋਰਾਂ ਨੂੰ ਵੀ ਰੁਜ਼ਗਾਰ ਦੇ ਰਹੇ ਆ। ਪਰ ਇਹਨਾਂ ਮੁੰਡਿਆਂ ਅੱਗੇ, ਇਹਨਾਂ ਬੱਚਿਆਂ ਅੱਗੇ, ਮੇਰੇ ਆਪਣੇ ਵੀਰਾਂ ਦੇ ਅੱਗੇ ਇਹ ਮੈਂ ਜ਼ਰੂਰ ਬੇਨਤੀ ਕਰਾਂਗੀ ਵੀ ਤੀਆਂ ਦਾ ਤਿਉਹਾਰ ਕੇਵਲ ਤੋਂ ਕੇਵਲ ਔਰਤਾਂ ਦਾ ਤਿਉਹਾਰ ਹੈ ਤੇ ਨਿਰੋਲ ਔਰਤਾਂ ਦਾ ਤਿਉਹਾਰ ਹੈ। ਇਹਨੂੰ ਔਰਤਾਂ ਦਾ ਤਿਉਹਾਰ ਰੱਖਿਆ ਜਾਵੇ ਤੇ ਵੀਰ ਹੀ, ਸਕੇ ਵੀਰ ਹੀ ਆਪਣੇ ਭੈਣ ਨੂੰ ਸੰਧਾਰਾ ਦਿੰਦੇ ਨੇ। ਤਾਏ ਚਾਚੇ ਦੇ ਜਾਏ ਵੀ ਕਦੇ ਸੰਧਾਰਾ ਨਹੀਂ ਦਿੰਦੇ ਜੀ। ਆਪਣੇ ਸੰਧਾਰੇ ਲਈ
ਕਿ ਇੱਕ 2 ਕਿਲੋ ਬਿਸਕਿਟ ਹੁੰਦੇ ਨੇ, ਉਹ 2 ਕਿਲੋ ਬਿਸਕਿਟ ਦੀ ਅਹਿਮੀਅਤ ਉਹ ਇੰਨੀ ਵੱਡੀ ਹੁੰਦੀ ਹੈ। ਭੈਣ ਆਪਣੇ ਫਾਦਰ ਦੇ ਜਾਇਦਾਦ ਦੇ ਵਿੱਚੋਂ ਹਿੱਸਾ ਨਹੀਂ ਲੈਂਦੀ ਵੀ ਮੈਂ ਸਦਾ ਆਪਣੇ ਭਰਾਵਾਂ ਨਾਲ ਵਰਤਣਾ, ਮੇਰੇ ਸੰਧਾਰਾ ਲੈ ਕੇ ਆਉਣਾ। ਕੀ ਬਾਤ ਹੈ। ਕਿਉਂਕਿ ਭਰਾਵਾਂ ਨਾਲ ਹੀ ਸਾਡੀ ਸਰਦਾਰੀ ਹੁੰਦੀ ਹੈ। ਬਿਲਕੁਲ ਬਿਲਕੁਲ। ਤੇ ਉਹ ਉਹਦੇ ਵਿੱਚੋਂ ਮਾਣ ਹੁੰਦਾ। ਮਾਂ-ਬਾਪ ਨੇ ਸਦਾ ਨਹੀਂ ਬੈਠਣਾ, ਨਾ ਭਰਾਵਾਂ ਨੇ ਬੈਠਣਾ ਹੁੰਦਾ। ਇਸ ਕਰਕੇ ਜਿਹੜੇ ਇਹ 10 ਮਿੰਟ ਦਾ ਗਿੱਧਾ, ਇਹ ਬਿਲਕੁਲ ਵੱਖਰੀ ਚੀਜ਼ ਹੈ। ਜਿਹੜੀ ਤੀਆਂ ਦਾ ਗਿੱਧਾ, ਇਹ ਪਿੜ ਦਾ ਗਿੱਧਾ, ਖੁੱਲਾ ਗਿੱਧਾ, ਇਸ ਨੂੰ ਖੁੱਲਾ ਹੀ ਰਹਿਣ ਦਿੱਤਾ ਜਾਵੇ। ਇਸ ਦਾ ਕਦੇ ਵੀ ਸਟੇਜੀਕਰਨ ਨਹੀਂ ਹੋ ਸਕਦਾ ਤੇ ਨਾ ਹੀ ਆਪਾਂ ਨੇ ਹੋਣ ਦੇਣਾ। ਮੈਂ ਖਾਸ ਤੌਰ ਤੇ ਜਿਹੜੀਆਂ ਗਿੱਧੇ ਦੇ ਨਾਲ, ਸੱਭਿਆਚਾਰ ਦੇ ਨਾਲ ਸਾਡੀਆਂ ਪੰਜਾਬਣਾਂ ਜੁੜੀਆਂ ਹੋਈਆਂ ਨੇ, ਬੜੇ ਵੱਡੇ ਜਸਟ ਲਾਈਕ ਮੇਰੇ ਮਦਰ ਸਮਾਨ ਨੇ, ਤੇ ਉਹ ਹਾਲੇ ਬੈਠੀਆਂ ਨੇ। ਤੇ ਮੈਂ ਉਹਨਾਂ ਨੂੰ ਵੀ ਹਮੇਸ਼ਾ ਇਹੀ ਕਹਿੰਦੀ ਆ ਵੀ ਆਪਾਂ ਅੱਗੇ ਹੋ ਕੇ ਕਲਚਰ ਨੂੰ ਸਾਂਭੀਏ। ਹੁਣ ਆਪਾਂ ਵੇਖਦੇ ਹਾਂ ਉਧਰ ਮੋਗੇ ਦੇ ਵਿੱਚ ਮੈਡਮ ਕਮਲਜੀਤ ਬੈਠੇ ਨੇ ਜੀ, ਬਹੁਤ ਭੰਡਾਰ ਆ ਉਹਨਾਂ ਦੇ ਕੋਲ ਜੀ। ਤੇ ਪਟਿਆਲੇ ਵੱਲ ਜਾਂਦੇ ਆ, ਮੈਡਮ ਪ੍ਰਭ ਸ਼ਰਨ ਬੈਠੇ ਨੇ ਜੀ, ਹਾਂ, ਤੇ ਉੱਥੇ ਮੈਡਮ ਜਸਬੀਰ ਪੰਨੂ ਬੈਠੇ ਨੇ। ਇੱਧਰ ਮੈਂ ਲੁਧਿਆਣੇ ਵੱਲ ਨੂੰ ਜਾਂਦੀ ਆ, ਸਰਬਜੀਤ ਮਾਂਗਟ ਜੀ ਬੈਠੇ ਨੇ ਜੀ। ਰੋਪੜ ਵੱਲ ਜਾਂਦੀ ਆ, ਫਿਰ ਸਰਬਜੀਤ ਬੈਠੇ ਨੇ ਜੀ। ਤੇ ਇੱਧਰ ਚੰਡੀਗੜ੍ਹ ਵੱਲ ਝਾਤੀ ਮਾਰਦੀ ਆ ਤਾਂ ਹਰਭਜਨ ਮੈਡਮ ਬੈਠੇ ਨੇ, ਢਿੱਲੋਂ ਮੈਮ। ਦੇਖੋ ਕਿੰਨੀਆਂ ਔਰਤਾਂ, ਕਿਉਂ ਨਹੀਂ ਆਪਾਂ ਕੁਝ ਰਲ ਕੇ ਕਰ ਸਕਦੇ? ਆਪਾਂ ਰਲ ਕੇ ਪਿੰਡਾਂ ਦੇ ਵਿੱਚ ਜਾਈਏ, ਉਹਨਾਂ ਨੂੰ ਆਪਾਂ ਨਾਲ ਜੋੜੀਏ ਵੀ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਇਹਨਾਂ ਧੀਆਂ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੀਏ ਜੋ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆ ਰਹੀਆਂ ਨੇ। ਜੀ ਬਿਲਕੁਲ ਬਿਲਕੁਲ, ਤੁਸੀਂ ਬੜੀ ਖੂਬ ਗੱਲ ਕਹੀ ਕਿ ਔਰਤ ਦਾ ਜਿਹੜਾ ਇੱਕ ਗਿੱਧਾ, ਉਹਦੇ ਤੋਂ ਨਾ ਖੋਇਆ ਜਾਵੇ, ਕਿਉਂਕਿ ਉਹਦੇ ਬਲਬਲੇ, ਉਹਦੇ ਜਜ਼ਬਾਤ ਔਰ ਉਹ ਜਿਹੜੀ ਨਜ਼ਾਕਤ ਆ, ਉਹ ਸਿਰਫ ਔਰਤ ਦੇ ਕੋਲ ਹੈ। ਉਹ ਬਿਲਕੁਲ ਔਰਤ ਦੇ ਕੋਲ। ਔਰ ਉਹ ਗਿੱਧੇ ਦੇ ਵਿੱਚ ਨੱਚਣ ਦੀ ਜਿਹੜੀ ਉਹ ਵਰਕਸ਼ਾਪ ਨਾਲ ਵੀ ਉਹਦੀ ਸਰੀਰ ਦੇ ਵਿੱਚ ਨਹੀਂ ਪਾਈ ਜਾ ਸਕਦੀ, ਉਹ ਰਿਦਮ ਨਹੀਂ, ਉਹ ਨਹੀਂ ਪਾਈ ਜਾ ਸਕਦੀ। ਕਿਉਂਕਿ ਦੇਖੋ, ਜੇਕਰ ਹੁਣ ਉੱਥੇ ਉਹ ਭੈਣ ਦੀ ਬੋਲੀ ਪਾ ਰਹੀ ਹੈ, ਭਰਜਾਈ ਦੇ ਨਾਲ ਬੋਲੀ ਪਾ ਰਹੀ ਹੈ ਹੈਨਾ, ਤੇ ਉਹ ਜੋ ਨਨਾਣ ਭਰਜਾਈ ਦੀ ਆਪਸ ਦੇ ਵਿੱਚ ਹੈ, ਉਹ ਇੱਕ ਮੁੰਡਾ ਨਹੀਂ ਨਾ ਵਿੱਚ ਪਾ ਸਕਦਾ। ਬਿਲਕੁਲ ਹੈਨਾ, ਉਹ ਮਰਦ ਨਹੀਂ ਪਾ ਸਕਦਾ, ਕਿਉਂਕਿ ਸ਼ਰਮ ਤਾਂ ਔਰਤ ਦਾ ਗਹਿਣਾ ਹੈ ਜੀ। ਇਹ ਗਹਿਣੇ ਨੂੰ ਬਰਕਰਾਰ ਤਾਂ ਹੀ ਰੱਖਿਆ ਜਾ ਸਕਦਾ। ਆਪਾਂ ਵੀ ਦੇਖੋ, ਮੈਂ ਵੀ ਸਟੇਜ ਤੇ ਗਿੱਧਾ ਪਾਉਂਦੀ ਰਹੀ ਹਾਂ, ਯੂਨੀਵਰਸਿਟੀ ਤੱਕ ਮੈਂ ਗਿੱਧਾ ਪਾਇਆ ਜੀ। ਤੇ ਹੁਣ ਵੀ ਮੈਂ ਸਟੇਜਾਂ ਤੇ ਜਦੋਂ ਬਾਹਰ ਜਾਈਦਾ ਉੱਥੇ ਕਰਨਾ ਪੈਂਦਾ ਆਪ ਵੀ ਨਾਲ ਜਾ ਕੇ, ਬਟ ਉੱਥੇ ਉਹਦੇ ਵਿੱਚ ਇੱਕ ਨਜ਼ਾਕਤ ਹੁੰਦੀ ਹੈ। ਮੈਂ ਜਦੋਂ ਕੁੜੀਆਂ ਨੂੰ ਗਿੱਧਾ ਕਰਾਉਣੀ ਆ, ਮੈਂ ਉਹਨਾਂ ਵਾਰੀ ਕਹਿੰਦੀ ਆ, ਬੇਟੇ ਉਹ ਕੁੜੀ ਕੀ ਜਿਹਦੇ 'ਚ ਨਖਰਾ ਨਹੀਂ ਜੀ, ਕਿਉਂਕਿ ਨਖਰਾ ਸਾਡੇ 'ਚ ਕੁਦਰਤੀ ਤੌਰ ਤੇ ਔਰਤ ਦੇ ਵਿੱਚ ਉਹ ਪਰਮਾਤਮਾ ਨੇ ਹੀ ਭਰਿਆ। ਜੀ ਬਿਲਕੁਲ ਮੈਮ, ਸੰਧਾਰੇ ਦੀ ਅਸੀਂ ਗੱਲ ਕੀਤੀ ਸੀ। ਸੰਧਾਰੇ ਦਾ ਰੂਪ ਵੀ ਹੌਲੀ ਹੌਲੀ ਬਦਲ ਰਿਹਾ ਹੈਗਾ, ਗਿਫਟਸ 'ਚ ਆ ਗਿਆ ਹੈਗਾ। ਪਹਿਲਾ ਸੰਧਾਰਾ ਕਿਵੇਂ ਦਾ ਸੀ? ਪਹਿਲਾ ਸੰਧਾਰਾ ਕੇਵਲ ਤੋਂ ਕੇਵਲ ਇੱਕ ਬਿਸਕਟ ਹੁੰਦੇ ਸੀ, ਜਿਹੜੇ ਕਿ ਘਰ ਦਾ ਹੀ ਦੁੱਧ ਹੁੰਦਾ ਸੀ, ਘਰੋਂ ਦੁੱਧ ਲੈ ਜਾਂਦੇ ਸੀ ਤੇ ਘਰ ਦੇ ਵਿੱਚ ਹੀ ਜ਼ਿਆਦਾ ਆਪਣੇ ਘਿਓ ਹੁੰਦਾ ਸੀ, ਦੇਸੀ ਘਿਓ ਦੇ ਬਿਸਕਟ ਬਣਾ ਕੇ ਉਹਨਾਂ ਨੂੰ ਦਿੱਤੇ ਜਾਂਦੇ ਸੀ। ਕੋਈ ਬਹੁਤ ਵੱਡਾ ਤਾਮ-ਝਾਮ ਨਹੀਂ ਸੀ ਹੁੰਦਾ ਜੋ ਅੱਜ ਕੱਲ ਬਹੁਤ ਵੱਡੇ ਤਾਮ-ਝਾਮ ਹੋ ਰਹੇ ਨੇ। ਕੋਈ ਇਸ ਤਰ੍ਹਾਂ ਦੀ ਦਿਖਾਵਾ ਨਹੀਂ ਸੀ ਹੁੰਦਾ। ਸਿਰਫ ਜਿਹੜਾ ਪਹਿਲਾ ਸੰਧਾਰਾ ਹੁੰਦਾ ਸੀ ਧੀਆਂ ਦਾ, ਉਹਦੇ ਵਿੱਚ ਜ਼ਰੂਰ ਹੁੰਦਾ ਸੀ ਵੀ ਪਰਿਵਾਰ ਦੇ ਕੱਪੜਿਆਂ ਤੇ ਕੋਈ ਗਹਿਣਾ ਵੀ ਦਿੱਤਾ ਜਾਂਦਾ, ਉਹ ਆਪਣੇ ਆਪਣੇ ਪਰਿਵਾਰ ਦੀ ਆਰਥਿਕਤਾ ਦੇ ਅਨੁਸਾਰ ਹੁੰਦਾ ਸੀ। ਬਟ ਹੁਣ ਆ ਜਿਹੜਾ ਉਹ ਸੰਧਾਰੇ ਦਾ ਰੂਪ ਹੀ ਬਦਲ ਗਿਆ। ਜੀ ਜੀ ਜੀ। ਸੋ ਬਿਲਕੁਲ, ਇਹ ਕਈ ਵਾਰ ਸੰਧਾਰੀ ਤੇ ਹੁੰਦਾ ਕਿ ਸ਼ਾਇਦ ਭੈਣਾਂ ਲਾਲਚੀ ਹੁੰਦੀਆਂ, ਲਾਲਚੀ ਨਹੀਂ ਹੁੰਦੀਆਂ, ਇੱਕ ਪੇਕਿਆਂ ਤੇ ਇੱਕ ਭਰਾਵਾਂ ਤੇ ਮਾਣ ਹੁੰਦਾ ਆ। ਉਹ ਬੋਲੀਆਂ 'ਚ ਵੀ ਕਹਿੰਦੀ ਹੈ ਕਿ ਵੀਰਾ ਕਿਤੇ ਭੁੱਲ ਨਾ ਜਾਵੀਂ, ਚਿੱਟਾ ਚੌਂਕਾ ਗੁਲਾਬੀ ਕੰਧਾਂ ਮੇਰੀਆਂ। ਇੱਕ ਭੈਣ ਨੂੰ ਇੱਕ ਮਰਦੇ ਦਮ ਤੱਕ ਇਹ ਰਹਿੰਦਾ ਕਿ ਉਹਦੇ ਪੇਕਿਆਂ ਵੱਲੋਂ ਕੋਈ ਸੁਖਨ ਸੁਨੇਹਾ ਜਿਹੜਾ ਆ ਉਹ ਉਹਦੇ ਘਰ ਆਵੇ, ਤਾਂ ਸਦਾ ਉਹ ਉਸ ਘਰ 'ਚ ਵੱਸਦੀ ਹੈ, ਉਸ ਘਰ 'ਚ ਉਹਦੇ ਬੱਚੇ ਆ, ਸਾਰਾ ਕਾਰਜ ਵਿਭਾਗ ਉਹਦੇ ਹੱਥ ਹੁੰਦਾ। ਪਰ ਉਹ ਖੈਰ ਜਿਹੜੀ ਸੁੱਖ ਵਾ ਉਹ ਵੀਰਾਂ ਦੀ ਜਾਂ ਪੇਕਿਆਂ ਦੀ ਮੰਗਣੋਂ ਨਹੀਂ ਹਟਦੀ। ਸੋ ਮੈਮ, ਉਹਨੂੰ ਇੱਕ ਪੇਕਿਆਂ ਦੀ ਜਿਹੜੀ ਹੈ ਨਾ ਤਾਂਘ ਵੀ ਉਹਨੂੰ ਰਹਿੰਦੀ ਹੈ। ਇੱਕ ਦੇਖੋ ਅਰਪਣ, ਤਾਂਘ ਤਾਂ ਉਹਨੂੰ ਰਹੇਗੀ ਹੈਨਾ। ਹੁਣ ਜਿਸ ਘਰ ਦੇ ਵਿੱਚ ਉਹ ਗੁੱਡੀਆਂ ਪਟੋਲਿਆਂ ਨਾਲ ਖੇਡੀ ਹੈ, ਵੀਰਾਂ ਨਾਲ ਲੜੀ ਵੀ ਹੈ, ਪਿਆਰ ਵੀ ਸੀ ਹੈਨਾ, ਤੇ ਮਾਂ ਦੀਆਂ ਘੁਰਕੀਆਂ ਵੀ ਹੁੰਦੀਆਂ ਹੈਨਾ, ਪਰ ਮਾਂ ਦੀਆਂ ਗਾਲਾਂ ਤੇ ਮਿੱਠੀਆਂ ਲਾਲਾਂ ਹੁੰਦੀਆਂ ਨੇ। ਤੇ ਉਹ ਜਦੋਂ ਵੀ ਪੇਕਾ ਘਰ ਛੱਡਦੀ ਹੈ, ਉਹ ਇੱਕ ਔਰਤ ਦੇ ਵਸ ਦੇ ਵਿੱਚ ਆਇਆ ਉਹਦੇ, ਕਿਉਂਕਿ ਮਰਦ ਨੇ ਥੋੜਾ ਛੱਡਿਆ ਜੀ। ਪੇਕਾ ਘਰ ਜਿਹੜੀ ਛੱਡਦੀ ਹੈ, ਉਹ ਔਰਤ ਛੱਡਦੀ ਹੈ, ਤੇ ਉਹਨੂੰ ਉਹ ਘਰ ਛੱਡਣ ਦਾ ਦਰਦ ਉਹਦੇ ਅੰਦਰ ਸਮਾਇਆ ਹੋਇਆ ਹੁੰਦਾ ਜੀ। ਉਹ ਸਿਰਫ ਇੱਕ ਔਰਤ ਸਮਝ ਸਕਦੀ ਹੈ, ਹੋਰ ਕੋਈ ਨਹੀਂ ਸਮਝ ਸਕਦਾ ਜੀ, ਜਿਸ ਨੂੰ ਉਹ ਖਾਸ ਤੌਰ ਤੇ ਇਹ ਜਿਹੇ ਗਿੱਧੇ ਤੇ ਪਿੜ ਦੇ ਵਿੱਚ ਉਹ ਬਿਆਨ ਕਰਦੀ ਹੈ। ਜੀ ਬਿਲਕੁਲ। ਪੇਕੇ ਦੋਵੇਂ ਭੈਣਾਂ ਨੱਚੀਏ, ਸਹੁਰੇ ਨੱਚੀਏ, ਦਰਾਣੀਆਂ ਜਠਾਣੀਆਂ ਜੀ। ਹੈ ਦੇਖੋ,
ਕਿਉਂਕਿ ਔਰਤ ਜਦੋਂ ਉਹ ਪੇਕਾ ਘਰ ਛੱਡਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਵੀ ਉਹਦੇ ਘਰ ਦੇ ਵਿੱਚ ਦੇਖੋ ਬੱਚਾ ਹੁੰਦਾ ਹੈ ਬਿਲਕੁਲ ਤਾਂ ਵੀ ਸ਼ੁਸ਼ਕ ਆਉਂਦਾ ਹੈ, ਪੇਕਿਆਂ ਤੋਂ ਆਉਂਦਾ ਹੈ। ਜੀ ਬੱਚੇ ਦਾ ਵਿਆਹ ਕਰਦੀ ਹੈ, ਨਾਨਕ ਸ਼ੱਕ ਹੈ, ਉਹਦੇ ਵਿੱਚ ਅੱਧ ਦੇ ਵਿੱਚ ਨਾਨਕੇ ਖੜੇ ਹੁੰਦੇ ਨੇ। ਜੀ ਈਵਨ ਕਿ ਔਰਤ ਜਦੋਂ ਮਰਦੀ ਹੈ ਤਾਂ ਕਫਨ ਵੀ ਪੇਕਿਆਂ ਦਾ ਪਾਇਆ ਜਾਂਦਾ ਹੈ। ਬਿਲਕੁਲ। ਤੇ ਉਹ ਪੇਕੇ ਘਰ ਨੂੰ ਕਿਵੇਂ ਭੁੱਲ ਜੇਗੀ? ਉਹ ਹਮੇਸ਼ਾ ਸੋਚਦੀ ਆ ਵੀ ਕਿਵੇਂ ਪੇਕਿਆਂ ਤੋਂ ਮੈਨੂੰ ਠੰਡੀ ਹਵਾ ਆਵੇ। ਜੀ ਉਹ ਇਹਨਾਂ ਦਾ ਜ਼ਿਕਰ ਉਹ ਫਿਰ ਬੋਲੀਆਂ ਦੇ ਵਿੱਚ ਕਰਦੀ ਹੈ, ਕਿਉਂਕਿ ਉਹਦੇ ਬੋਲੀਆਂ ਦੇ ਵਿੱਚ ਦਰਖਤਾਂ ਦੇ ਨਾਲ ਵੀ ਉਹਦੀ ਇੱਕ ਸਾਂਝ ਹੁੰਦੀ ਹੈ ਜੁੜੀ ਹੋਈ। ਪਿੱਪਲਾ ਵੇ ਮੇਰੇ ਪੇਕੇ ਪਿੰਡ ਦੇ ਆ ਤੇਰੀਆਂ ਠੰਡੀਆਂ ਛਾਵਾਂ, ਵੇ ਟਾਬ ਤੇਰੀ ਦਾ ਗੰਦਲਾ ਪਾਣੀ, ਵਾਹ ਢਾਬ ਤੇਰੀ ਦਾ ਗੰਦਲਾ ਪਾਣੀ, ਉੱਤੋਂ ਬੂਰ ਹਟਾਵਾਂ ਮਾਪਿਓ ਵੇ ਤੁਹਾਡਾ, ਜਸਤੀਆਂ ਵਿੱਚ ਗਾਵਾਂ ਮਾਪਿਓ ਵੇ ਤੁਹਾਡਾ, ਜਸ ਗਿੱਧਿਆਂ ਵਿੱਚ ਗਾਵਾਂ ਵੀਰਿਓ ਵੇ ਤੁਹਾਡਾ। ਜੀ 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 ਬਿਲਕੁਲ। ਸੋ ਆਪਣੇ ਮਾਪਿਓ ਦਾ ਜਿਹੜਾ ਹੈਗਾ ਉਹਨਾਂ ਦਾ ਜ਼ਿਕਰ ਵੀ ਉਹਦੀਆਂ ਬੋਲੀਆਂ ਚ ਆਉਂਦਾ ਹਾਂ ਬਿਲਕੁਲ ਬੋਲੀਆਂ। ਜਿਹੜੀ ਇੱਕ ਅਸੀਂ ਕਹਿੰਦੇ ਗਿੱਧੇ 'ਚ ਇੱਕ ਨਜਾਕਤ ਭਰ ਦਿੰਦੀ ਹੈ ਹਨਾ, ਔਰਤ ਇੱਕ ਰਵਾਨਗੀ ਲੈ ਕੇ ਆਉਂਦੀ ਹੈਗੀ ਹੈ। ਜਦੋਂ ਤੁਸੀਂ ਸਿਖਾਉਂਦੇ ਆ ਕੁੜੀਆਂ ਨੂੰ ਕੀਤਾ, ਬਹੁਤ ਲੰਬਾ ਸਮਾਂ ਹੋ ਗਿਆ ਤੁਹਾਨੂੰ ਕੋਈ ਸਟੇਜ ਨਹੀਂ ਹੈਗੀ ਜਿੱਥੇ ਤੁਹਾਡੀਆਂ ਵਿਦਿਆਰਥਣਾਂ ਨੇ ਪਰਫਾਰਮ ਨਹੀਂ ਕੀਤਾ ਹੈਗਾ, ਸੋ ਉਦੋਂ ਫਿਰ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਦੇ ਆ? ਦੇਖੋ ਉਹਦੇ ਵਿੱਚ ਜਿਹੜੀ ਨਜ਼ਾਕਤ ਹੈ ਉਹ ਜੋ ਇੱਕ ਔਰਤ ਭਰ ਸਕਦੀ ਹੈ ਜੀ, ਕਿਉਂਕਿ ਜਦੋਂ ਮੈਂ ਪਹਿਲਾਂ ਵੀ ਕਿਹਾ ਵੀ ਸ਼ਰਮ ਹਿਆ ਔਰਤ ਦਾ ਗਹਿਣਾ ਹੈ। ਜੀ ਉਹ ਭਾਵੇਂ ਸਟੇਜ ਤੇ ਨੱਚੇ, ਸਟੇਜੀਕਰਨ ਹੋ ਗਿਆ ਗਿੱਧਾ, ਪਰ ਉਹਦੇ ਨੱਚਣ ਦੇ ਵਿੱਚ ਜਿਹੜੀ ਉਹਦੀ ਬਾਡੀ ਲੈਂਗੁਏਜ ਹੈ ਉਹ ਦੇ ਵਿੱਚ ਦਗੜ ਦਗੜ ਨਹੀਂ ਹੋਏਗੀ। ਕਿਉਂਕਿ ਜਿਹੜੀ ਦਗੜ ਦਗੜ ਹੈ ਉਹਦੇ ਨਾਲ ਤਾਂ ਤੁਹਾਡੇ ਹਾਵ ਭਾਵ ਮਰ ਜਾਂਦੇ ਨੇ। ਜੀ ਬਿਲਕੁਲ, ਬੜਾ ਫਾਸਟ ਆ ਗਿਆ ਗਿੱਧੇ ਦਾ, ਜਿਹੜਾ ਫਾਸਟ ਤੱਕ 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 ਜੀ, ਤੇ ਉਹਦੇ ਵਿੱਚ ਤੁਹਾਡਾ ਪੈਰ ਕਿਤੇ ਜਾ ਰਿਹਾ ਹੁੰਦਾ, ਬੋਲੀ ਕਿਸੇ ਨੂੰ ਸਮਝ ਨਹੀਂ ਆ ਰਹੀ ਹੁੰਦੀ। ਕਿਉਂਕਿ ਜਦੋਂ ਆਪਾਂ ਬੋਲੀ ਪਾਉਂਦੇ ਆ ਤਾਂ ਸਾਡੇ ਹਾਵ ਭਾਵ ਹੈ ਜਿਹੜੇ ਸਾਡੇ ਚਿਹਰੇ ਤੇ ਆਉਂਦੇ ਆ। ਜੀ ਸੋ ਮੈਮ ਮੈਂ ਵੀ ਤੁਹਾਡੇ ਤੋਂ ਥੋੜਾ ਜਿਹਾ ਜਾਣਨਾ ਚਾਹਾਂਗੀ। ਕਈ ਵਾਰ ਅਸੀਂ ਵੀ ਜਾਣਦੇ ਤੀਆਂ ਦੇ ਜਿਹੜਾ ਹੈਗਾ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ, ਅਸੀਂ ਦੇਖਦੇ ਉੱਥੇ ਗਿੱਧਾ ਪਾਉਣ ਵਾਲੇ, ਸੋ ਉਹ ਢੋਲ ਦੀ ਜਿਹੜੀ ਥਾਪ ਆ ਜਾਂ ਉਹ ਜਿਹੜੀ ਗਿੱਧੇ ਦੀ ਤਾੜੀ ਹੈ ਉਹ ਅਸੀਂ ਦੇਖਦੇ ਜਿਹੜੀਆਂ ਆਮ ਔਰਤਾਂ ਘਰਾਂ ਤੋਂ ਉਸ ਗਿੱਧੇ 'ਚ ਆਈਆਂ ਹੁੰਦੀਆਂ ਉਹਦੇ 'ਚ ਨੱਚ ਹੀ ਨਹੀਂ ਪਾਉਂਦੀਆਂ। ਉਹਨਾਂ ਦੇ ਲਈ ਉਹ ਮਾਹੌਲ ਇੱਕਦਮ ਵੱਖਰਾ ਹੁੰਦਾ ਆ, ਔਰ ਬਸ ਦੂਰੋਂ ਜਿੱਦਾਂ ਇੱਕ ਮੂਕ ਦਰਸ਼ਕ ਬਣ ਕੇ ਰਹਿ ਜਾਂਦੀਆਂ ਨੇ। ਉਹ ਮਾਹੌਲ ਅਰਪਣ ਜੀ ਇਸ ਤਰ੍ਹਾਂ ਇਹਨਾਂ ਨੇ ਕ੍ਰੀਏਟ ਕਰ ਲਿਆ। ਇਹ ਮਾਹੌਲ ਜਦੋਂ ਕਿ ਪਿੰਡ ਦੇ ਵਿੱਚ ਹੈ ਉੱਥੇ ਨਾ ਤਾਂ ਸਾਨੂੰ ਢੋਲਕੀ ਦੀ ਜ਼ਰੂਰਤ ਹੈ, ਉਹ ਤਾੜੀ ਇੰਨੀ ਜ਼ੋਰ ਦੀ ਵੱਜ ਰਹੀ ਹੁੰਦੀ ਹੈ। ਜਿਹੜੀ ਅਸਲੀ ਤਾੜੀ ਆ ਉਹ ਟਿਪ ਟਿਪ ਨਹੀਂ ਹੁੰਦੀ, ਜਿਹੜੀ ਤੇਜ਼ ਤਾੜੀ ਆ ਉਹ ਟਿਪ ਟਿਪ ਹੈ। ਤੇ ਉੱਥੇ ਜਿਹੜੀਆਂ ਆਮ ਔਰਤਾਂ ਜਿਨ੍ਹਾਂ ਕੋਲ ਖਜ਼ਾਨਾ ਭਰਿਆ ਹੋਇਆ ਸਾਡਾ ਬਹੁਤ ਪੰਜਾਬਣਾਂ ਦੇ ਕੋਲ, ਉਹਨਾਂ ਕੋਲ ਢੇਰ ਖਜ਼ਾਨਾ ਹੈ। ਤੁਸੀਂ ਪਿੰਡਾਂ ਦੇ ਵਿੱਚ ਜਾਓ, ਜਿਹੜੀਆਂ ਬਜ਼ੁਰਗ ਔਰਤਾਂ ਨੇ ਤੇ ਉਹ ਕੋਈ ਬੋਲੀ ਪਾਉਂਦੀਆਂ ਨੇ, ਲੜੀਦਾਰ ਬੋਲੀਆਂ, ਉਹ ਟੁੱਟਣ ਨਹੀਂ ਦਿੰਦੀਆਂ। ਬਟ ਜਿਹੜੇ ਇਹ 10 ਦਿਨ ਦੇ ਵਿੱਚ ਉਹਨਾਂ ਨੂੰ ਦਗੜ ਦਗੜ ਗਿੱਧਾ ਤਿਆਰ ਕਰਵਾ ਦਿੱਤਾ ਜਾਂਦਾ, ਉਹੀ ਬੋਲੀਆਂ ਪਾਉਂਦੀਆਂ, ਉਹੀ ਢੋਲਕੀ ਤੇ ਹੁੰਦੀਆਂ, ਤੇ ਜਿਹਦੇ ਨਾਲ ਕਿ ਜੇਕਰ ਮਰਦਾਂ ਨੇ ਇਹ ਕਰਾਉਣਾ ਵੀ ਸ਼ੁਰੂ ਕਰ ਦਿੱਤਾ, ਪਰ ਕਮ ਸੇ ਕਮ ਜਿਸ ਦਿਨ ਤੀਆਂ ਮਨਾਈਆਂ ਜਾਂਦੀਆਂ ਉਸ ਦਿਨ ਤਾਂ ਆਪ ਪਾਸੇ ਹੋ ਜਾਓ, ਉਸ ਦਿਨ ਤਾਂ ਕੁੜੀਆਂ ਨੂੰ ਟਾਈਮ ਦੇ ਦਿਓ, ਉਸ ਦਿਨ ਤਾਂ ਜਿਹੜੀਆਂ ਪਿੰਡਾਂ ਦੀਆਂ ਆਈਆਂ ਵਿਚਾਰੀਆਂ ਉੱਥੇ ਤੀਆਂ ਵੇਖਣ, ਉਹਨਾਂ ਨੂੰ ਖੁੱਲ੍ਹ ਕੇ ਨੱਚਣ ਦਿਓ ਜੀ, ਜਿਹਦੇ ਨਾਲ ਕਿ ਬੱਚੇ ਸਾਡੇ ਅਸਲੀ ਕਲਚਰ ਦੇ ਨਾਲ ਜੁੜਨਗੇ ਜੀ। ਸੋ ਮੈਂ ਚਾਹੁੰਦੀ ਕੋਈ ਸੌਣ ਦੀਆਂ ਤੁਹਾਡੀਆਂ ਆਪਣੀਆਂ ਫੇਵਰਿਟ ਬੋਲੀਆਂ ਜਿਹੜੀਆਂ ਤੁਸੀਂ ਜਦੋਂ ਵੀ ਕਦੇ ਤੀਆਂ ਤੇ ਗਏ ਤੇ ਜ਼ਰੂਰ ਪਾਈਆਂ ਹੋਣ, ਜ਼ਰੂਰ ਸਾਡੇ ਨਾਲ 2-4 ਸਾਂਝੀਆਂ ਕਰੋ। ਦੇਖੋ ਸਾਉਣ ਦੇ ਵਿੱਚ ਜਦੋਂ ਮਾਹੀ ਨੂੰ ਕਹਿੰਦੀ ਹੈ ਵੀ ਮੈਂ ਤੀਆਂ ਵੇਖਣ ਜਾਣਾ, ਜਦੋਂ ਆਪਣੇ ਰਿਸ਼ਤਾ ਕਰਦੇ ਆ ਤਾਂ ਆਪਣੇ ਹਮੇਸ਼ਾ ਨਾਨਕੇ ਜ਼ਰੂਰ ਪੁੱਛੇ ਜਾਂਦੇ ਨੇ, ਦਾਦਕਿਆਂ 'ਚ ਤਾਂ ਬੈਠੀ ਹੈ ਨਾ, ਤਾਂ ਜਦੋਂ ਬੋਲੀ ਦੇ ਵਿੱਚ ਵੀ ਇਹੀ ਚੀਜ਼ ਜਗ ਜ਼ਾਹਰ ਕਰਦੀ ਹੈ। ਸੱਗੀ ਲਾ ਕੇ ਚੜ ਗਈ ਜੱਕੇ ਤੇ, ਸੱਗੀ ਲਾ ਕੇ ਚੜ ਗਈ ਜੱਕੇ ਤੇ, ਪਾ ਕੇ ਸੂਹਾ ਬਾਣਾ, ਸਿੰਘਾ ਮੈਂ ਤੇਰੇ ਨਾਨਕੀ, ਤੀਆਂ ਵੇਖਣ ਜਾਣਾ, ਸਿੰਘਾ ਮੈਂ ਤੇਰੇ ਨਾਨਕੇ। ਅੱਗੋਂ ਵੀ ਫਿਰ ਜਵਾਬ ਦਿੰਦਾ, ਉਹ ਕਹਿੰਦਾ ਜੀ ਪੱਕੀ ਸੜਕ ਤੇ ਘੋੜੇ ਜਾਂਦੇ, ਪੱਕੀ ਸੜਕ ਤੇ ਘੋੜੇ ਜਾਂਦੇ, ਕਰਦੇ ਦਾਣਾ ਦਾਣਾ, ਮੇਰੇ ਹੈ ਨੀ ਨਾਨਕੇ ਦੱਸ ਕਿਹੜੇ ਖੂਹ ਵਿੱਚ ਜਾਣਾ, ਮੇਰੇ ਹੈ ਨੀ ਨਾਨਕੇ ਦੱਸ ਕਿਹੜੇ ਖੂਹ ਵਿੱਚ ਜਾਣਾ ਜੀ। ਹੁਣ ਦੇਖੋ ਕਿਵੇਂ ਕਿੰਨਾ ਪਿਆਰ ਹੈ ਵੀ ਮੇਰੇ ਨਾਨਕੇ ਨਹੀਂ ਤੂੰ ਕਿੱਥੇ ਜਾਏਂਗੀ ਜੀ। ਹਾਂ, ਜਦੋਂ ਦੇਖੋ ਤੀਆਂ ਖਤਮ ਹੁੰਦੀਆਂ ਨੇ ਤੇ ਵਿਛੜਨ ਦੀਆਂ ਘੜੀਆਂ ਆ ਜਾਂਦੀਆਂ ਨੇ, ਦਿਲਾਂ ਦੀਆਂ ਧੜਕਣਾਂ ਉਹਨਾਂ ਦੀਆਂ ਤੇਜ਼ ਹੋ ਜਾਂਦੀਆਂ, ਦਿਲ ਨਹੀਂ ਕਰਦਾ ਹੁੰਦਾ ਸਹੁਰੇ ਚ, ਤਾਂ ਆਪਾਂ ਨੂੰ ਬਹੁਤ ਸਮਾਂ ਜੇਕਰ ਕੋਈ ਲੈਣ ਵੀ ਆ ਜਾਂਦਾ ਤਾਂ ਵੀ ਉਹ ਬੋਲੀਆਂ ਦੇ ਰੂਪ ਵਿੱਚ ਕਹਿੰਦੇ ਨੇ ਮਾਰੋ ਮਾਰੋ ਨੀ ਘੁਮਾ ਕੇ ਮੋੜਾ ਜੰਡ ਦਾ, ਤੀਆਂ ਵਿੱਚ ਲੈਣ ਆ ਗਿਆ, ਵੀ ਮੈਂ ਨਹੀਂ ਜਾਣਾ ਕਿਉਂ ਆ ਗਿਆ। ਫਿਰ
ਤੀਆਂ ਦੀ ਸਮਾਪਤੀ ਹੈ ਜਿਹੜੀ, ਉਹ ਅਸਲ ਦੇ ਵਿੱਚ ਇੱਕ ਰਸਮ ਹੁੰਦੀ ਹੈ ਬੱਲੋ ਦੀ ਜੀ। ਉਹ ਜਿਹੜੀ ਬੱਲੋ ਦੀ ਰਸਮ ਹੈ, ਉਹ ਦੋ ਪਿੰਡਾਂ ਦੀਆਂ ਔਰਤਾਂ ਇਕੱਠੀਆਂ ਹੁੰਦੀਆਂ ਨੇ, ਇੱਕ ਹੁੰਦੀਆਂ ਔਰਤਾਂ ਹੀ ਨੇ, ਇੱਕ ਨੂੰ ਉਹ ਕੁੜੀ ਬਣਾ ਦਿੰਦੀਆਂ ਨੇ, ਇੱਕ ਨੂੰ ਉਹ ਮੁੰਡਾ ਬਣਾ ਦਿੰਦੀਆਂ ਨੇ। ਤੇ ਫਿਰ ਉਹ ਕੀ ਕਰਦੇ ਆ, ਉੱਥੇ ਜਿਹੜੇ ਛੋਟੀਆਂ ਬਿਕਰੀਆਂ ਨਹੀਂ ਹੁੰਦੀਆਂ ਹੈ, ਉਹਨਾਂ ਨੂੰ ਇਕੱਠੀਆਂ ਕਰਦੀਆਂ, ਪੈਸੇ ਨਹੀਂ ਪਾਉਂਦੀਆਂ, ਉਹ ਪਾਉਂਦੀਆਂ ਉਹਨਾਂ ਨੂੰ ਸ਼ਗਨ ਦੇ ਤੌਰ ਤੇ, ਹਾਸੀ ਮਜ਼ਾਕ ਹੈ ਨਾ। ਫਿਰ ਉਹ ਜਦੋਂ ਬੱਲੋ ਪੈਂਦੀ ਹੈ ਤਾਂ ਉਹਦੇ ਵਿੱਚ ਬੜੀ ਖਿੱਚੋਤਾਣ ਹੁੰਦੀ ਹੈ ਜੀ। ਉਹ ਕਹਿੰਦੀ ਬੱਲੋ ਸਾਡੀ ਹੈ, ਉਹ ਕਹਿੰਦੀ ਬੱਲੋ ਸਾਡੀ ਹੈ, ਤੇ ਇਹਦੇ ਵਿੱਚ ਫਿਰ ਉਹ ਬੱਲੋ ਦੀ ਉਹ ਪੂਰੀ ਦਾ ਪੂਰਾ ਗੀਤ ਰਚਿਆ ਜਾਂਦਾ ਹੈ। ਜੀ। ਤੇ ਉਹ ਜਦੋਂ ਬੱਲੋ ਪੈਂਦੀ ਐ ਵੇ ਲੰਬੜਦਾਰਾ, ਬੱਲੋ 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 ਪੈਂਦੀ ਐ ਵੇ ਲੰਬੜਦਾਰਾ, ਬੱਲੋ ਬੱਲੋ ਸਾਡੀ ਬੱਲੋ ਦਾ ਵਿਆਹ ਸਾਨੂੰ ਗੋਡੇ ਗੋਡੇ ਚਾ, ਬੱਲੋ ਪੈਂਦੀ ਐ ਵੇ ਲੰਬੜਦਾਰਾ, ਬੱਲੋ 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 ਪੈਂਦੀ ਐ ਵੇ ਲੰਬੜਦਾਰਾ, ਬੱਲੋ ਬੱਲੋ। ਫਿਰ ਉਹ ਖਿੱਚਦੀਆਂ ਹੈਂ, ਕਹਿੰਦੇ ਹੇ ਹੋ ਸਾਡੀ ਬੱਲੋ, ਨਾ ਸਾਡੀ ਬੱਲੋ, ਮੈਂ ਕਿਹਾ ਸਾਡੀ ਬੱਲੋ, ਬੱਲੋ ਪੈਂਦੀ ਐ ਵੇ ਲੰਬੜਦਾਰਾ, ਬੱਲੋ ਬੱਲੋ। ਇੱਥੇ ਫਿਰ ਖਤਮ ਹੁੰਦਾ ਉਹਨਾਂ ਦਾ ਅਸਲੀ ਧੀਆਂ ਜਿਹੜੀਆਂ, ਇਹ ਬੱਲੋ ਤੋਂ ਸਮਾਪਤ ਹੁੰਦੀਆਂ ਨੇ ਜੀ। ਹਾਂ, ਇੱਕ ਨੂੰ ਮੁੰਡਾ ਬਣਾ ਦਿੱਤਾ ਜਾਂਦਾ ਬੜਾ ਸੋਹਣਾ ਜਿਹਾ, ਕੁੜੀ ਦੇ ਪਰਨੋਂ ਬੰਨ੍ਹ ਕੇ, ਪਰਨਾ ਜਿਹਾ ਬੰਨ੍ਹ ਕੇ, ਤੇ ਦੂਸਰੀ ਕੁੜੀ ਦੇ ਉੱਤੇ ਉਹ ਦੁਪੱਟਾ ਦੇ ਦਿੱਤਾ ਜਾਂਦਾ, ਤੇ ਫਿਰ ਉਹਨਾਂ ਨੂੰ ਇਕੱਠੇ ਨਚਾਇਆ ਜਾਂਦਾ। ਆਸੇ ਪਾਸੇ ਔਰਤਾਂ ਖੂਬ ਨੱਚਦੀਆਂ, ਐਨ ਉੱਥੇ ਧਮੱਚੀ ਪਾਊ ਉਹਨਾਂ ਦਾ ਗਿੱਧਾ ਪੈਂਦਾ ਬੱਲੋ ਦੇ ਵਿੱਚ। ਨਾਲ ਹੀ ਜੋੜ ਦੋ ਦਰਬ ਲੈ ਕੇ ਆਉਂਦੀਆਂ, ਜਿਹੜਾ ਘਾਹ ਲੈ ਕੇ ਆਉਂਦੀਆਂ। ਹਾਂ, ਫਿਰ ਉਹਦੇ ਵਿੱਚ ਜਿਸ ਤਰ੍ਹਾਂ ਆਪਣੇ ਜਿਹੜੀ ਘਾਹ ਹੈ, ਇਹਨੂੰ ਦੁੱਬ ਕਿਹਾ ਜਾਂਦਾ ਮਾਲਵੇ ਦੇ ਵਿੱਚ, ਇਹ ਖੁਸ਼ੀ ਦਾ ਪ੍ਰਤੀਕ ਹੈ। ਇਹ ਹਮੇਸ਼ਾ ਖੁਸ਼ੀ ਦੇ ਵੇਲੇ, ਹਾਂ ਆਪਾਂ ਕਹਿੰਦੇ ਕੁੜੇ ਵਧਾਈਆਂ ਹੋਣ, ਤੇ ਉੱਥੇ ਫਿਰ ਉਹ ਦੁੱਬ ਦਿੰਦੀਆਂ ਨੇ ਇੱਕ ਦੂਜੇ ਨੂੰ, ਹੈ ਨਾ। ਜਦੋਂ ਉਹ ਦੁੱਬ ਦਿੰਦੀਆਂ ਤਾਂ ਵੀ ਇਹ ਬੱਲੋ ਦਾ ਗੀਤ ਇਹ ਗਾਉਂਦੀਆਂ, ਤਾਂ ਉਹਦੇ ਨਾਲ ਦੀ ਨਾਲ ਹੀ ਨਾਲੇ ਦੁੱਬ ਦੇਈ ਜਾਂਦੀਆਂ, ਨਾਲੇ ਉਹਨੂੰ ਚੱਕ ਕੇ ਬਿਕਰੀਆਂ ਦੀ ਉਹ ਸੋਟ ਪਾਈ ਜਾਂਦੀਆਂ, ਤੇ ਨਾਲ ਦੀ ਨਾਲ ਉਹਨਾਂ ਨੂੰ ਨਚਾਈ ਜਾਂਦੀਆਂ, ਉੱਪਰ ਉਹਦੇ ਇੱਕ ਚੁੰਨੀ ਜੀ ਦੇ ਦਿੰਦੀਆਂ। ਸੋ ਅੱਜ ਦੇ ਸਾਡੇ ਮਹਿਮਾਨ ਸਨ ਡਾਕਟਰ ਜਸਵੀਰ ਕੌਰ ਬੈਂਸ, ਜਿਨ੍ਹਾਂ ਨੂੰ ਗਿੱਧਿਆਂ ਦੀ ਰਾਣੀ ਦਾ ਖਿਤਾਬ ਹਾਸਲ ਹੈ, ਔਰ ਸਾਡੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਕਿ ਕਿਵੇਂ ਔਰਤਾਂ ਦਾ ਗਿੱਧਾ ਜਿਹੜਾ ਹੈ ਉਹ ਔਰਤਾਂ ਦੇ ਨਾਲ ਹੀ ਸੋਭਦਾ ਆ ਤੇ ਔਰਤਾਂ ਦੀ ਜ਼ਿੰਦਗੀ ਦੇ ਵਿੱਚ ਨਵੇਂ ਰੰਗ ਭਰਦਾ ਆ। ਸੋ ਅਸੀਂ ਵੀ ਤੁਹਾਨੂੰ ਸਾਉਣ ਮਹੀਨੇ ਦੇ ਵਿੱਚ ਆਉਣ ਵਾਲੇ ਤੀਆਂ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਆਓ ਗਿੱਧਿਆਂ ਦੇ ਪੇੜ ਸਜਾਈਏ, ਤੀਆਂ ਰਲ ਮਿਲ ਕੇ ਲਾਈਏ, ਤੇ ਤੀਆਂ ਧਿਆਣੀਆਂ ਨੂੰ ਉਹਨਾਂ ਦੇ ਤਿਉਹਾਰ ਉਹਨਾਂ ਦੀ ਮਰਜ਼ੀ ਦੇ ਨਾਲ ਮਨਾਉਣ ਦੇਈਏ। ਤੇ ਇੱਥੇ ਧੀਆਂ ਦਾ ਵੀ ਫਰਜ਼ ਹੈ, ਔਰਤਾਂ ਦਾ ਵੀ ਫਰਜ਼ ਹੈਗਾ ਕਿ ਉਹ ਆਪਣੇ ਗਿੱਧਿਆਂ ਨੂੰ ਸਾਂਭਣ ਦੇ ਲਈ ਅੱਗੇ ਆਉਣ। ਸੋ ਇਸੇ ਤਰ੍ਹਾਂ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਤੁਹਾਡੇ ਤੱਕ ਵੱਖ-ਵੱਖ ਸ਼ਖਸੀਅਤਾਂ ਨੂੰ ਰੂਬਰੂ ਕਰਵਾਈਏ। ਤੁਸੀਂ ਜੁੜੇ ਰਹਿਣਾ ਅੱਖਰ ਦੇ ਨਾਲ। ਫਿਲਹਾਲ ਮੈਨੂੰ ਦਿਓ ਆਗਿਆ। ਧੰਨਵਾਦ।